ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 2 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082 722 ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415 909 0503 4159090503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ। I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085 916 396 9085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਉਪਲਬਧ ਹਨ। ਇਹਨਾਂ ਨੂੰ ਜਿਹੜੇ ਆ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਆ। ਐਡਰੈਸ 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ 5592663737 559 ਤੇ 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ। ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਜਿਹੜੇ ਸੈਨੇਟਰ ਚੱਕ ਸ਼ੂਮਰ ਆ, ਮੈਜੋਰਟੀ ਲੀਡਰ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਜਿਹੜਾ ਬਾਈਪਾਰਟੀਸ਼ਨ ਗਰੁੱਪ ਦਾ ਇਨਫਰਾਸਟਰਕਚਰ ਬਿੱਲ ਹੈਗਾ ਆ ਉਹ ਹੁਣ ਸੈਨੇਟ ਦੀ ਫਲੋਰ ਦੇ ਉੱਤੇ ਜਾਊਗਾ। ਸੋ 2000 ਪੇਜ ਦਾ ਜਿਹੜਾ ਲੈਜਿਸਲੇਸ਼ਨ ਆ ਇਹਦੇ ਵਿੱਚ ਕੁਛ ਕੁ ਅਮੈਂਡਮੈਂਟ ਵੀ ਹੋਣਗੀਆਂ ਤੇ ਉਹਨਾਂ ਨੂੰ ਇਹ ਆਸ ਆ ਵੀ ਹੁਣ ਬਿਲਕੁਲ ਕੰਪਲੀਟ ਹੋ ਜਾਊਗਾ। ਕਹਿੰਦੇ ਟੈਕਸ ਤੇ ਇਹਦਾ ਬਿਲਕੁਲ ਇਸ ਟਾਈਮ ਦੇ ਉੱਤੇ ਕੰਪਲੀਟ ਹੈਗਾ ਆ, ਪਰ ਕਹਿੰਦੇ ਵੀ ਇੱਦਾਂ ਦਾ ਬਿੱਲ ਕਈ ਦਹਾਕਿਆਂ ਤੋਂ ਬਾਅਦ ਇਹ ਦੋਨਾਂ ਹੀ ਗਰੁੱਪਾਂ ਨੇ ਰਲ ਕੇ ਜਿਹੜਾ ਇਹ ਪਾਸ ਕੀਤਾ ਹੈਗਾ ਆ। ਇਹਦੇ 'ਚ ਅਮੈਂਡਮੈਂਟ ਨੈਚੁਰਲੀ ਹੋਣਗੀਆਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਇਹ ਇੱਕ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਹੈਗਾ ਆ ਤੇ 550 ਬਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਹੋਈ ਹੈ ਇਹਦੇ ਵਿੱਚ। 73 ਬਿਲੀਅਨ ਡਾਲਰ ਜਿਹੜਾ ਇਲੈਕਟ੍ਰਿਕ ਗ੍ਰਿਡ ਦੇ ਉੱਤੇ, 66 ਬਿਲੀਅਨ ਡਾਲਰ ਪੈਸੰਜਰ ਤੇ ਫਰੇਟ ਰੇਲ ਦੇ ਉੱਤੇ, 65 ਬਿਲੀਅਨ ਡਾਲਰ ਜਿਹੜਾ ਆ ਬ੍ਰੌਡਬੈਂਡ ਇੰਟਰਨੈਟ ਐਕਸੈਸ ਦੇ ਲਈ, 55 ਬਿਲੀਅਨ ਡਾਲਰ ਜਿਹੜਾ ਵਾਟਰ ਇਨਫਰਾਸਟਰਕਚਰ ਦੇ ਲਈ, 40 ਬਿਲੀਅਨ ਡਾਲਰ ਬ੍ਰਿਜ ਜਿਹੜੇ ਆ ਉਹਨਾਂ ਨੂੰ ਫਿਕਸ ਕਰਨ ਦੇ ਲਈ ਤੇ 39 ਬਿਲੀਅਨ ਡਾਲਰ ਜਿਹੜਾ ਆ ਉਹ ਟਰਾਂਜ਼ਿਟਸ ਜਿਹੜਾ ਪਬਲਿਕ ਟਰਾਂਜ਼ਿਟ ਲਾਈਕ ਬੱਸਿਸ ਤੇ 7.5 ਬਿਲੀਅਨ ਡਾਲਰ ਫਸਟ ਫੈਡਰਲ ਨੈਟਵਰਕ ਆਫ ਚਾਰਜਿੰਗ ਸਟੇਸ਼ਨ ਫॉर ਇਲੈਕਟ੍ਰਿਕ ਵਹੀਕਲਸ ਦੇ ਲਈ। ਜੀ ਸੋ ਬਹੁਤ ਤਗੜਾ ਇਹ ਪ੍ਰੋਜੈਕਟ ਆ। ਲੰਮੇ ਸਮੇਂ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਆਉਣ ਵਾਲੇ ਕਈ ਸਾਲਾਂ ਤੱਕ ਇਸ ਦੇ ਉੱਤੇ ਕੰਮ ਚੱਲਣਾ ਆ। 2700 ਪੇਜਾਂ ਦਾ ਇਹ ਜਿਹੜਾ ਬਿੱਲ ਆ ਇਹਨਾਂ ਨੇ ਬਣਾਇਆ ਇਨਫਰਾਸਟਰਕਚਰ ਇਨਵੈਸਟਮੈਂਟ ਐਂਡ ਜੌਬਸ ਐਕਟ। ਇਸ ਨੂੰ ਜਿਹੜਾ ਉਹ ਨਾਮ ਇਹਨਾਂ ਨੇ ਦਿੱਤਾ ਹੈਗਾ ਆ। ਸੋ ਉਹਨਾਂ ਦੇ ਸੈਨੇਟਰਸ ਅਤੇ ਉਹਨਾਂ ਦੇ ਸਟਾਫ ਨੇ ਕਹਿੰਦੇ ਆ ਵੀ ਬੜੀ ਕੜੀ ਮਿਹਨਤ ਤੋਂ ਬਾਅਦ ਦੇ ਵਿੱਚ ਇਸ ਬਿੱਲ ਨੂੰ ਜਿਹੜਾ ਉਹ ਲਿਆਂਦਾ ਹੈਗਾ ਆ। ਉੱਧਰ ਸੈਨੇਟ ਜਿਹੜੇ ਖਾਸ ਕਰਕੇ ਡੈਮੋਕ੍ਰੇਟਸ ਆ ਉਹ ਇੱਕ 3.5 ਟ੍ਰਿਲੀਅਨ ਡਾਲਰ ਦਾ ਇੱਕ ਸੋਸ਼ਲ ਹੈਲਥ ਅਤੇ ਇਨਵਾਇਰਮੈਂਟਲ ਬਿੱਲ
ਰੀਕਨਸੀਲੀਏਸ਼ਨ ਦੇ ਪ੍ਰੋਸੈਸ ਦੇ ਆਧਾਰ ਦੇ ਨਾਲ ਉਸ ਨੂੰ ਪਾਸ ਕਰਾਉਣ ਬਾਰੇ ਵੀ ਉਸ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਆਈ ਥਿੰਕ ਉਹ ਕਿਤੇ ਨਾ ਕਿਤੇ ਚਾਹੁੰਦੇ ਸੀਗੇ ਵੀ ਜੇ ਉਹ ਇੱਦਾਂ ਕਰ ਦਿੰਦੇ ਆ ਤਾਂ ਫਿਰ ਸਾਡੀ ਰਿਪਬਲਿਕਨਸ ਨੂੰ ਲੱਗਾ ਵੀ ਜ਼ਰੂਰਤ ਵੀ ਨਹੀਂ ਆ। ਸੋ ਹੁਣ ਹੌਲੀ ਹੌਲੀ ਜਿਹੜੇ ਆ ਇਹ ਆਪਸ ਦੇ ਵਿੱਚ ਨਾਲ ਮਿਲ ਕੇ ਵੀ ਜਿਹੜਾ ਉਹ ਕੰਮ ਕਰ ਰਹੇ ਆ। ਇਸ ਦੇ ਵਿੱਚ ਅਹਿਮ ਤੌਰ ਦੇ ਉੱਤੇ ਜਿਹੜੇ ਰਿਪਬਲਿਕਨ ਨੈਗੋਸ਼ੀਏਟਰ ਜਿਹੜੇ ਮੇਨ ਸੀਗੇ ਰੌਬ ਪੋਰਟਮੈਨ ਓਹਾਇਓ ਤੋਂ, ਉਹਨਾਂ ਨੇ, ਅਤੇ ਇੱਧਰੋਂ ਜਿਹੜੀ ਕ੍ਰਿਸਟਨ ਸਿਨੇਮਾ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜੀ ਸੀਗੀ ਐਰੀਜ਼ੋਨਾ ਤੋਂ ਸੈਨੇਟਰ, ਉਹਨਾਂ ਨੇ ਲੀਡ ਨੈਗੋਸ਼ੀਏਟਰ ਦਾ ਜਿਹੜੀ ਭੂਮਿਕਾ ਆ ਉਹ ਨਿਭਾਈ ਹੈਗੀ ਆ। ਸੋ ਕਾਫੀ ਵੱਡਾ ਇਹ ਜਿਹੜਾ ਆ ਉਹ ਪ੍ਰੋਜੈਕਟ ਹੈਗਾ। 17 GOP ਦੇ ਸੈਨੇਟਰਸ ਪਿਛਲੇ ਹਫਤੇ ਜਿਹੜੇ ਸਾਰੇ ਡੈਮੋਕ੍ਰੇਟਸਾਂ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਬਾਈ ਪਾਰਟੀਜ਼ਨ ਬਿੱਲ ਆ ਉਸ ਨੂੰ ਪਾਸ ਜਿਹੜਾ ਆ ਉਹ ਕੀਤਾ ਸੀਗਾ। ਸੋ ਇਹ ਕਹਿੰਦੇ ਵੀ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਹੈਗੇ ਆ, ਉਹਨਾਂ ਨੇ ਜਿਹੜੇ ਉਸ ਦਿਨ ਜਿਹੜੇ ਆ ਪ੍ਰੋਸੀਜਰਲ ਵੋਟ ਦੇ ਵਿੱਚ ਯੈਸ ਤਾਂ ਜਿਹੜਾ ਉਹ ਕਰ ਦਿੱਤਾ ਸੀਗਾ। ਸੋ 60 ਵੋਟਾਂ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਸੀਗੀਆਂ ਫਿਲਬਸਟਰ ਨੂੰ ਓਵਰਟਰਨ ਜਿਹੜਾ ਆ ਉਹ ਕਰਨ ਦੇ ਲਈ। ਸੋ ਉਮੀਦ ਇਹਨਾਂ ਨੂੰ ਹੈਗੀ ਆ ਰਾਈਟ ਨਾਓ ਵੀ ਜਿਹੜੇ 17 ਰਿਪਬਲਿਕਨ ਸੈਨੇਟਰਸ ਨੇ ਪਹਿਲੋਂ ਸਾਥ ਦਿੱਤਾ ਆ ਵੀ ਜਦੋਂ ਪੂਰਾ ਇਹ ਬਿੱਲ ਜਿਹੜਾ ਸਦਨ ਦੇ ਵਿੱਚ ਪੇਸ਼ ਹੋ ਜਾਊਗਾ ਵੀ ਉਹ ਪਾਸ ਹੋ ਜਾਵੇ, ਅਨਲੈਸ ਉਸ ਦੇ ਵਿਚਾਲੇ ਜੇ ਕੋਈ ਚੇਂਜ ਨਹੀਂ ਹੈ ਜਿਹੜੀ ਉਹ ਆ ਜਾਂਦੀ। ਤੇ ਅਗਲੀ ਖਬਰ ਜਿਹੜੀ ਹੈ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਹੈ। ਕਰੋਨਾ ਵਾਇਰਸ ਦੀ ਚੌਥੀ ਵੇਵ ਬਹੁਤ ਹੀ ਤੇਜ਼ੀ ਦੇ ਨਾਲ ਆਪਣੇ ਮੁਲਕ ਅਮਰੀਕਾ ਦੇ ਵਿੱਚ ਵੀ ਫੈਲ ਰਹੀ ਹੈਗੀ ਆ। ਜੇ ਮੌਤਾਂ ਦੀ ਗਿਣਤੀ ਕਰਦੇ ਜਾਈਏ, USA ਦੇ ਵਿੱਚ ਹੁਣ ਤੱਕ 6,13,231 ਮੌਤਾਂ ਹੋ ਚੁੱਕੀਆਂ ਕਰੋਨਾ ਨਾਲ। ਇੰਡੀਆ ਵਾਲੇ ਕਹਿੰਦੇ ਆ ਵੀ 4,25,000 ਹੋਈਆਂ, ਜਦੋਂ ਕਿ NPR ਤੇ ਨਿਊਯਾਰਕ ਟਾਈਮ ਦੇ ਮੁਤਾਬਕ 49 ਲੱਖ ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਤੇ ਜੇ ਹੁਣ ਆਪਾਂ ਆਊਟਬ੍ਰੇਕ ਦੀ ਗੱਲ ਕਰਦੇ ਜਾਈਏ, ਇਸ ਵੇਲੇ ਫਲੋਰੀਡਾ ਜਿਹੜੀ ਸਟੇਟ ਆ, ਉੱਥੇ ਬਿਲਕੁਲ ਜਿਹੜਾ ਰੈਕਡ ਆ ਕਹਿੰਦੇ ਵੀ ਉਹ ਬ੍ਰੇਕ ਹੋ ਰਿਹਾ ਆ। ਸ਼ਨੀਚਰਵਾਰ ਨੂੰ 10,170 ਲੋਕ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਹੈਗੇ ਆ। ਸਭ ਤੋਂ ਵੱਧ ਕੇਸ ਇਸ ਵੇਲੇ USA ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜੇ ਪੋਜ਼ਿਟਿਵ ਆ ਤੇ ਉਹ ਸਟੇਟ ਆਫ ਕੈਲੀਫੋਰਨੀਆ, ਸਟੇਟ ਆਫ ਫਲੋਰੀਡਾ ਦੇ ਵਿੱਚ ਹੈਗੇ ਆ। ਕਿਉਂਕਿ ਪਿੱਛੇ ਜੇ ਉੱਥੇ ਦੇ ਗਵਰਨਰ ਨੇ ਇਹ ਕਿਹਾ ਸੀ ਵੀ ਜ਼ਰੂਰੀ ਨਹੀਂ ਤੁਸੀਂ ਮਾਸਕ ਪਾਉਣਾ ਆ ਜਾਂ ਨਹੀਂ ਪਾਉਣਾ। ਹੁਣ ਪ੍ਰੋਬਲਮ ਵੈਕਸੀਨੇਟ ਦੀ ਹੈਗੀ ਆ, ਬਹੁਤ ਸਾਰੇ ਲੋਕ ਆਪਣੇ ਆਪ ਟੀਕਾ ਜਿਹੜਾ ਹੈ ਉਹ ਨਹੀਂ ਲਵਾ ਰਹੇ। ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, 39.5 ਮਿਲੀਅਨ ਪੋਪੂਲੇਸ਼ਨ ਆ, ਸਿਰਫ 19.3 ਮਿਲੀਅਨ ਲੋਕਾਂ ਨੇ ਟੀਕੇ ਲਵਾਏ ਆ। ਫਲੋਰੀਡਾ ਦੀ ਪੋਪੂਲੇਸ਼ਨ 21.5 ਮਿਲੀਅਨ ਆ ਤੇ ਉੱਥੇ 9.4 ਮਿਲੀਅਨ ਲੋਕਾਂ ਨੇ ਜਿਹੜੇ ਆ ਟੀਕੇ ਲਵਾਏ ਆ। ਇਹ ਇੱਕ ਬਹੁਤ ਵੱਡਾ ਜਿਹੜਾ ਫਿਕਰ ਇਸ ਟਾਈਮ ਹੈਗਾ ਆ ਵੀ ਕਰੋਨਾ ਵਾਇਰਸ ਦੀ ਜਿਹੜੀ ਚੌਥੀ ਵੇਵ ਆ, ਜਿਹੜੀ ਡੈਲਟਾ ਵੇਰੀਐਂਟ ਆ, ਬਹੁਤ ਤੇਜ਼ੀ ਦੇ ਨਾਲ ਉਹ ਫੈਲ ਰਹੀ ਆ। ਜੀ ਬਿਲਕੁਲ, ਇਹ ਖਤਰਾ ਲਗਾਤਾਰ ਜਿਹੜਾ ਉਹ ਮੰਡਰਾ ਰਿਹਾ ਹੈਗਾ ਆ। ਲੋਕਾਂ ਦੀ ਜਿਹੜੀ ਆ ਇਸ ਜਾਨ ਨੂੰ ਖਤਰੇ ਦੇ ਨਾਲ ਨਾਲ ਜਿਹੜਾ ਆਰਥਿਕ ਤੌਰ ਦੇ ਉੱਤੇ ਵੀ ਇਸ ਦੇ ਵਿੱਚ ਕਾਫੀ ਜਿਹੜੀ ਹਰਜੋਤ ਸਿੰਘ ਜੀ ਵੱਡੀ ਪਰੇਸ਼ਾਨੀ ਆ ਉਹ ਆ ਸਕਦੀ ਹੈਗੀ ਆ। ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਜਿਹੜਾ ਹੁਣ 1.5 ਸਾਲ ਤੋਂ ਤਕਰੀਬਨ ਇਸ ਪੈਨਡੈਮਿਕ ਦੇ ਵਿੱਚ ਇਕਨੋਮਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਬੜੀ ਮੰਦੀ ਜਿਹੜੀ ਆ ਉਹ ਰਹੀ ਹੈਗੀ ਆ। ਜੇ ਸਰਕਾਰਾਂ ਦੇ ਦੁਆਰਾ ਨਾ ਪੈਸੇ ਜਿਹੜੇ ਇੰਜੈਕਟ ਕੀਤੇ ਜਾਂਦੇ ਇਸ ਅਰਥਚਾਰੇ ਦੇ ਵਿੱਚ, ਤਾਂ ਫਿਰ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ ਆਉਣੀ ਸੀਗੀ। ਸੋ ਆਪਾਂ ਨੂੰ ਇਸ ਚੀਜ਼ ਦੇ ਉੱਤੇ ਦੁਬਾਰਾ ਇਹ ਚੀਜ਼ ਨਾ ਵਾਪਰੇ, ਇਸ ਲਈ ਤਾਂ ਜ਼ਰੂਰ ਸੁਹਿਰਦਤਾ ਦੇ ਨਾਲ ਜਿਹੜਾ ਉਹ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ। ਬਹੁਤ ਤਕਰੀਬਨ ਸਾਰੇ ਜਿਹੜੇ ਸੂਬੇ ਦੀਆਂ ਅਤੇ ਫੈਡਰਲ ਤੌਰ ਦੇ ਉੱਤੇ ਜਿਹੜੀਆਂ ਸਰਕਾਰਾਂ ਆ ਉਹ ਲੋਕਾਂ ਦੇ ਵਿੱਚ ਉਤਸ਼ਾਹ ਜਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਵੀ ਵੱਧ ਤੋਂ ਵੱਧ ਲੋਕ ਵੀ ਟੀਕਾ ਜਿਹੜਾ ਆ ਉਹ ਟੀਕਾਕਰਨ ਪੂਰਨ ਤੌਰ ਦੇ ਉੱਤੇ ਉਹ ਕਰਵਾ ਲੈਣ। ਸੋ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਸਾਰਾ ਕੁਛ ਜਿਹੜਾ ਉਹ ਠੀਕ ਰਵੇ। ਉੱਧਰ ਹਰਜੋਤ ਸਿੰਘ ਜੀ, ਵੱਡੀ ਖਬਰ ਜਿਹੜੀ ਇਹ ਹੈਗੀ ਆ, ਜਿਹੜਾ ਫੈਡਰਲ ਇਵਿਕਸ਼ਨ ਮੋਰੀਟੋਰੀਅਮ ਆ ਉਹ ਪਰਸੋਂ ਜਿਹੜਾ ਉਹ ਖਤਮ ਹੋ ਗਿਆ। 31 ਤਰੀਕ ਨੂੰ ਉਸ ਦਾ ਜਿਹੜਾ ਉਹ ਅਖੀਰਲਾ ਦਿਨ ਸੀਗਾ। ਸੋ ਇਸ ਜਿਹੜੇ ਆ ਮਹੀਨੇ ਦੇ ਵਿੱਚ ਮਿਲੀਅਨਸ ਆਫ ਲੋਕ ਇਵਿਕਸ਼ਨ ਦੀ ਉਹਨਾਂ ਦੇ ਉੱਤੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੈਗੀ ਆ। CDC ਨੇ ਪਹਿਲਾਂ ਵੀ ਇਸ ਪੈਨਡੈਮਿਕ ਦੇ ਦੌਰਾਨ ਹੌਲੀ ਹੌਲੀ ਕਰਕੇ ਮਹੀਨਾ, 2 ਮਹੀਨਾ, 6 ਮਹੀਨੇ ਕਰਕੇ ਇਸ ਨੂੰ ਮੋਰੀਟੋਰੀਅਮ ਨੂੰ ਐਕਸਟੈਂਡ ਕਰਦੇ ਰਹੇ। ਫਿਰ ਪਿਛਲੇ ਮਹੀਨੇ ਇਹ ਕੇਸ ਅਦਾਲਤ ਜਿਹੜਾ ਸੁਪਰੀਮ ਕੋਰਟ ਆ ਉਸ ਦੇ ਵਿੱਚ ਕਿਹਾ,
ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਹਦਾਇਤ ਦੇ ਦਿੱਤੀ CDC ਨੂੰ ਵੀ ਇਹਨਾਂ ਦੇ ਕੋਲ ਹੁਣ ਕੋਈ ਹੋਰ ਅਖਤਿਆਰ ਹੈਗਾ ਨਹੀਂ ਵੀ ਉਹ ਜੁਲਾਈ ਤੋਂ ਬਾਅਦ ਦੇ ਵਿੱਚ ਇਸ ਨੂੰ ਐਕਸਟੈਂਡ ਕਰ ਸਕਣ। ਸੋ 31 ਤਰੀਕ ਤੋਂ ਪਹਿਲਾਂ ਦੇਰ ਰਾਤ ਤੱਕ ਜਿਹੜੇ ਪ੍ਰੋਗਰੈਸਿਵ ਕੁਛ ਡੈਮੋਕ੍ਰੇਟ ਕਾਂਗਰਸਮੈਨ ਕਾਂਗਰਸਵੂਮਨ ਸੀਗੀਆਂ ਉਹ ਕੈਪੀਟਲ ਦੇ ਉੱਤੇ ਧਰਨਾ ਲਾ ਕੇ ਬੈਠੀਆਂ ਰਹੀਆਂ ਵੀ ਭਾਈ ਇਸ ਇਵਿਕਸ਼ਨ ਮੋਰੀਟੋਰੀਅਮ ਨੂੰ ਐਕਸਟੈਂਡ ਜਿਹੜਾ ਉਹ ਕੀਤਾ ਜਾਵੇ। ਪਰ ਉਸ ਤੋਂ ਪਹਿਲਾਂ ਹੀ ਜਿਹੜੀ ਕਾਂਗਰਸ ਆ ਉਹ ਛੁੱਟੀ ਦੇ ਉੱਤੇ ਚਲੀ ਗਈ ਸੀਗੀ, ਬ੍ਰੇਕ ਦੇ ਉੱਤੇ ਚਲੀ ਗਈ ਸੀ। ਅੱਜ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਅਤੇ ਹਾਊਸ ਦੇ ਜਿਹੜੇ ਡੈਮੋਕ੍ਰੇਟ ਲੀਡਰ ਆ ਉਹਨਾਂ ਨੇ ਬਾਈਦਰ ਪ੍ਰਸ਼ਾਸਨ ਨੂੰ ਜਿਹੜੀ ਗੁਹਾਰ ਲਾਈ ਆ ਕੱਲ੍ਹ ਰਾਤ ਜਿਹੜੀ ਉਹਨਾਂ ਨੇ ਲਾਈ ਸੀ ਵੀ ਇਸ ਮੋਰੀਟੋਰੀਅਮ ਨੂੰ ਐਕਸਟੈਂਡ ਜਿਹੜਾ ਉਹ ਕੀਤਾ ਜਾਵੇ। ਸੋ ਲੈਂਡਲੋਰਡਸ ਵੀ ਬਹੁਤ ਦੁਖੀ ਸੀਗੇ ਵੀ ਰੈਂਟ ਉਹਨਾਂ ਨੂੰ ਨਹੀਂ ਮਿਲਿਆ। ਰੈਂਟ ਦੇ ਲਈ $25 ਬਿਲੀਅਨ ਆਪਾਂ ਜਿੱਦਾਂ ਪਹਿਲਾਂ ਵੀ ਇੱਕ ਦਿਨ ਰਿਪੋਰਟ ਦੇ ਵਿੱਚ ਦੱਸਿਆ ਸੀਗਾ ਵੀ ਇਸ ਦੇ ਲਈ ਨਿਯੁਕਤ ਕੀਤੇ ਗਏ ਸੀਗੇ ਵੀ ਲੈਂਡਲੋਰਡਸ ਨੂੰ ਅਤੇ ਜਿਹੜੇ ਰੈਂਟਰਸ ਆ ਉਹਨਾਂ ਨੂੰ ਮਦਦ ਕੀਤੀ ਜਾਵੇ। ਉਸ ਦੇ ਵਿੱਚੋਂ ਮਹਿਜ 12% ਹੀ ਜਿਹੜੀ ਰਾਸ਼ੀ ਆ ਉਹ ਵਰਤੀ ਗਈ ਸੀ, ਬਾਕੀ ਜਿਹੜੀ ਆ ਉਸ ਦੀ ਵਰਤੋਂ ਹੀ ਜਿਹੜੀ ਆ ਉਹ ਨਹੀਂ ਕੀਤੀ ਗਈ ਸੀਗੀ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੋਰੀਟੋਰੀਅਮ ਨਹੀਂ ਵੱਧਦਾ, ਜੋ ਵੀ ਰੌਲਾ ਰੱਪਾ ਜਿਹੜਾ ਇਸ ਦੇ ਦੌਰਾਨ ਰਹਿੰਦਾ ਆ, ਪਰ ਇਸ ਦੇ ਦੌਰਾਨ ਹੁਣ ਅਦਾਲਤਾਂ ਜਿਹੜੀਆਂ ਕਹਿੰਦੇ ਵੀ ਆਪਣੇ ਆਪ ਨੂੰ ਲੈਸ ਕਰ ਰਹੀਆਂ ਸੀਗੀਆਂ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਇੱਦਾਂ ਦੇ ਜੇ ਕੋਈ ਕੇਸ ਆਉਂਦੇ ਹੈਗੇ ਆ ਇਵਿਕਸ਼ਨ ਦੇ ਵੀ ਉਹਦੇ ਲਈ ਕਾਰਵਾਈਆਂ ਜਿਹੜੀਆਂ ਉਹ ਤੁਰੰਤ ਜਿਹੜੀਆਂ ਉਹ ਕੀਤੀਆਂ ਜਾ ਸਕਣ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਨੂੰ ਹਜ਼ਾਰਾਂ ਹੀ ਲੱਖਾਂ ਹੀ ਲੋਕ ਘਰੋਂ ਬੇਘਰ ਹੁੰਦੇ ਵੀ ਨਜ਼ਰ ਜਿਹੜੇ ਉਹ ਆ ਸਕਦੇ ਆ। 15 ਮਿਲੀਅਨ ਲੋਕ ਕਹਿੰਦੇ ਆ ਇਸ ਟਾਈਮ ਹਰਜੋਤ ਸਿੰਘ ਜੀ ਉਹਨਾਂ ਘਰਾਂ ਦੇ ਵਿੱਚ ਰਹਿ ਰਹੇ ਆ ਜਿਹੜੇ ਕਿ $20 ਬਿਲੀਅਨ ਤੋਂ ਵੱਧ ਲੈਂਡਲੋਰਡਸ ਨੂੰ ਉਹ ਕਰਦੇ ਆ। ਐਸਪਨ ਇੰਸਟੀਚਿਊਟ ਦੀ ਇੱਕ ਸਟੱਡੀ ਦੇ ਮੁਤਾਬਕ ਇਹ ਜਿਹੜਾ ਆંકੜਾ ਸਾਹਮਣੇ ਆਇਆ ਹੈਗਾ ਆ। ਸੋ ਬਹੁਤ ਜਿਹੜੇ ਹਾਲਾਤ ਆ ਇਸ ਦੇ ਵਿੱਚ ਬੁਰੇ ਜਿਹੜੇ ਦਿਨ ਆ ਉਹ ਆਉਣ ਵਾਲੇ ਨੇ। ਜੀ ਬਿਲਕੁਲ। ਸੋ ਇਹਦਾ ਹਾਊਸਿੰਗ ਬੂਮ ਦੇ ਉੱਤੇ ਵੀ ਬਹੁਤ ਸਾਰਾ ਅਸਰ ਪਊਗਾ। ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਆ ਉਹਨਾਂ ਨੇ ਆਲਰੇਡੀ ਕਹਿਣਾ ਸ਼ੁਰੂ ਕਰਤਾ ਵੀ ਜਿਹੜਾ ਹਾਊਸਿੰਗ ਬੂਮ ਆ ਉਹ ਓਵਰ ਹੈਗਾ। ਕੁਛ ਕਹਿ ਰਹੇ ਆ ਵੀ ਨੈਕਸਟ ਈਅਰ ਇਹ ਓਵਰ ਹੋ ਜਾਊਗਾ ਜਦੋਂ ਇੰਟਰਸਟ ਰੇਟ ਚੜ੍ਹਨਾ ਸ਼ੁਰੂ ਹੋ ਜਾਊਗਾ। ਕੁਛ ਕਹਿ ਰਹੇ ਆ ਵੀ ਇਹ ਹੋ ਸਕਦਾ 5 ਸਾਲਾਂ ਤੱਕ ਹੋਵੇ। ਪਰ ਜੇ ਤੁਹਾਨੂੰ ਫਿਗਰਸ ਦੱਸਦੇ ਜਾਈਏ ਜਿਹੜਾ ਪਿਛਲੇ ਮਹੀਨੇ ਆ 6.5% ਦੇ ਕਰੀਬ ਜਿਹੜੀਆਂ ਸੇਲਸ ਆ ਉਹ ਤੋਂ ਪਹਿਲੇ ਮਹੀਨੇ ਨਾਲੋਂ ਘੱਟ ਹੋਈਆਂ ਆ ਨਵੇਂ ਘਰਾਂ ਦੀਆਂ। ਅਤੇ ਜੇ ਸੰਨ 2020 ਦਾ ਮੁਕਾਬਲਾ ਕਰਦੇ ਜਾਈਏ 19.4% ਜਿਹੜੀ ਘਰਾਂ ਦੀ ਸੇਲ ਆ ਉਹ ਡਾਊਨ ਗਈ ਆ। ਸੋ ਇਹ ਕਾਫੀ ਜ਼ਿਆਦਾ ਜਿਹੜਾ ਆ ਮੋਰਟੋਰੀਅਮ ਦਾ ਇਹ ਜੇ ਐਂਡ ਹੋ ਜਾਂਦਾ ਆ ਉਹ ਤੋਂ ਬਾਅਦ ਰੀਅਲ ਸਟੇਟ ਦੇ ਉੱਤੇ ਅਸਰ ਪਊਗਾ ਜੀ। ਤੇ ਅਗਲੀ ਖਬਰ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ। ਅੱਜ ਇੱਕ ਜਿਹੜਾ ਨਿਊਜ਼ ਆਊਟਲੈਟ ਆ ਉਹਨਾਂ ਨੇ ਵੀਡੀਓ ਜਿਹੜੀ ਪ੍ਰਾਪਤ ਕੀਤੀ ਹੈਗੀ ਆ ਟੈਕਸਸ ਮਿਸ਼ਨ ਟੈਕਸਸ ਉੱਥੇ ਬਾਰਡਰ ਤੋਂ ਕਹਿੰਦੇ ਵੀ 1000 ਲੋਕਾਂ ਦੀ ਬਹੁਤ ਲੰਮੀ ਲਾਈਨ ਜਿਹੜੇ ਬਾਰਡਰ ਪੈਟਰੋਲ ਏਜੰਟਸ ਵੱਲੋਂ ਬਾਰਡਰ ਕ੍ਰਾਸ ਕਰਦੇ ਫੜੇ ਗਏ ਆ ਉਹਨਾਂ ਨੂੰ ਬ੍ਰਿਜ ਦੇ ਥੱਲੇ ਜਿਹੜਾ ਇਕੱਠਾ ਕੀਤਾ ਗਿਆ ਹੈਗਾ ਆ। 1000 ਦੇ ਕਰੀਬ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਦੀਆਂ ਜੋ ਵੀ ਐਪਲੀਕੇਸ਼ਨ ਆ ਜਾਂ ਕੁਛ ਵੀ ਉਹਨੂੰ ਜਿਹੜਾ ਪ੍ਰੋਸੈਸ ਕਰ ਰਹੇ ਆ। ਸੋ ਅੱਜ ਜੋ ਬਾਈਡਨ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਅਤੇ ਕਮਲਾ ਹੈਰਿਸ ਉਹਨਾਂ ਨੇ ਅਤੇ ਹਾਊਸ ਅਤੇ ਸਟੇਟ ਡੈਮੋਕਰੇਟ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਖੁਦ ਮੰਨ ਲਿਆ ਵੀ ਇੱਕ ਐਬਸੋਲਿਊਟ ਕੈਟਾਸਟ੍ਰੋਫੀ ਹੈਗੀ ਆ ਵੀ ਬਹੁਤ ਵੱਡੀ ਜਿਹੜੀ ਆ ਵੀ ਇੱਡੀ ਜਿਹੜੀ ਸਿਚੁਏਸ਼ਨ ਬਣ ਰਹੀ ਆ ਵੀ ਦੇਖੋ ਹੁਣ ਇੱਕ ਦਿਨ ਦੇ ਵਿੱਚ 1000 ਬੰਦਾ ਜਿਹੜਾ ਉਹਨਾਂ ਨੇ ਫੜਿਆ ਆ ਅਤੇ ਉਹਨਾਂ ਨੂੰ ਪ੍ਰੋਸੈਸ ਕਰ ਰਹੇ ਆ। ਅਤੇ ਜਿਹੜੇ ਲੀਗਲ ਇਮੀਗਰੈਂਟ ਆਉਣੇ ਆ ਉਹ ਬਹੁਤ ਲੋਕ ਔਖੇ ਆ ਵੀ ਪਿਛਲੇ ਲਗਭਗ 1.5 ਸਾਲ ਤੋਂ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਨਹੀਂ ਹੋ ਰਹੀਆਂ। ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਨਾਲ ਕਿਸੇ ਦੇ ਪੇਰੈਂਟਸ ਨੇ ਕਿਸੇ ਦੇ ਹਸਬੈਂਡ ਵਾਈਫ ਬੱਚਿਆਂ ਨੇ ਆਉਣਾ ਸੀ ਕਿਉਂਕਿ ਜਿਹੜੇ ਅੰਬੈਸੀਜ਼ ਹੈਗੀਆਂ USA ਦੀਆਂ ਆਲ ਓਵਰ ਦ ਵਰਲਡ ਉਹ ਆਫਿਸਿਸ ਬੰਦ ਆ, ਖਾਸ ਕਰਕੇ ਇੰਡੀਆ ਦੇ ਵਿੱਚ ਤਾਂ ਕਰੋਨਾ ਨੂੰ ਲੈ ਕੇ। ਸੋ ਇੱਕ ਬਹੁਤ ਜਿਹੜੀ ਆ ਸਿਚੁਏਸ਼ਨ ਟੈਂਸ ਇਸ ਵੇਲੇ ਬਣੀ ਹੋਈ ਹੈਗੀ ਆ। ਅਗਲੀ ਗੱਲ ਕਰਦੇ ਜਾਈਏ ਵਾਸ਼ਿੰਗਟਨ ਦੇ ਵਿੱਚ ਜਿਹੜੇ ਆਪਾਂ ਦੇਖਿਆ ਸੀਗਾ ਵੀ DC ਦੇ ਜਿਹੜੇ ਹਾਊਸ ਡੈਮੋਕਰੇਟ ਦੀ ਜਿਹੜੀ ਉਹਨਾਂ ਦੀ ਕਾਕਸ ਸੀ ਉਹਨਾਂ ਦੇ 50 ਤੋਂ ਵੱਧ ਲੈਜਿਸਲੇਟਰ ਸੀਗੇ ਉਹ ਕੋਰਮ ਪੂਰਾ ਨਾ ਹੋਵੇ ਇਸ ਲਈ ਟੈਕਸਸ ਨੂੰ ਛੱਡ ਕੇ ਵਾਸ਼ਿੰਗਟਨ DC 'ਚ ਉਹਨਾਂ ਨੇ ਡੇਰੇ ਲਾ ਲਏ ਸੀਗੇ ਅਤੇ ਹੁਣ ਕਹਿੰਦੇ ਆ ਵੀ 100 ਤੋਂ ਵੱਧ ਜਿਹੜੇ ਸਟੇਟ ਲੈਜਿਸਲੇਟਰਸ ਬਾਕੀ ਦੇਸ਼ ਦੇ ਹਿੱਸਿਆਂ ਦੇ ਵਿੱਚੋਂ ਉਹਨਾਂ ਜਿਹੜੇ ਲਾਅ ਮੇਕਰਸ ਆ ਉਹਨਾਂ ਦੇ ਨਾਲ ਆ ਕੇ ਜੁੜਨਗੇ ਅਤੇ ਜਿਹੜੀਆਂ ਵੋਟਿੰਗ ਰੀਫਾਰਮ ਲੈਜਿਸਲੇਸ਼ਨ ਆ ਉਸ ਦੇ ਉੱਤੇ ਐਕਸ਼ਨ ਲੈਣ ਨੂੰ
ਰਾਸ਼ਟਰਪਤੀ ਦੇ ਉੱਤੇ ਅਤੇ ਸੈਨੇਟ ਦੇ ਉੱਤੇ ਜਿਹੜਾ ਉਹ ਦਬਾਅ ਪਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੇ 100 ਤੋਂ ਵੱਧ ਲੈਜਿਸਲੇਟਰ ਆ, 20 ਤੋਂ ਵੱਧ ਸਟੇਟਾਂ ਤੋਂ ਜਿਹੜੇ ਉਹ ਆ ਰਹੇ ਨੇ, ਅਤੇ ਕੁਛ ਜਿਹੜੀਆਂ ਰਿਪਬਲਿਕਨ ਜਿਹੜੇ ਇਲਾਕੇ ਦੀਆਂ ਜਿਹੜੇ ਲੈਜਿਸਲੇਚਰਸ ਆ ਉਹਨਾਂ ਨੇ ਵੀ ਜਿਹੜੇ ਉੱਥੋਂ ਵੀ ਜਿਹੜੇ ਉਹ ਆ ਰਹੇ ਹੈਗੇ ਆ। ਸੋ ਆਲਰੇਡੀ ਕਈ ਜਿਹੜੇ ਸੂਬਿਆਂ ਦੇ ਵਿੱਚ ਵੋਟਿੰਗ ਨੂੰ ਲੈ ਕੇ ਜਿਹੜੇ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਆ। ਦਾ ਫॉर ਦਾ ਪੀਪਲ ਐਕਟ ਜਿਸ ਨੂੰ ਆਖਿਆ ਜਾ ਰਿਹਾ ਹੈਗਾ ਆ, ਉਹ ਸੈਨੇਟ ਦੇ ਵਿੱਚ ਜਿਹੜਾ ਉਹ ਅੱਗੇ ਨਹੀਂ ਸੀ ਵੱਧ ਸਕਿਆ, ਕਿਉਂਕਿ 60 ਜਿਹੜੇ ਸੈਨੇਟਰਸ ਆ ਉਹਨਾਂ ਦਾ ਸਾਥ ਇਹਨਾਂ ਨੂੰ ਪ੍ਰਾਪਤ ਜਿਹੜਾ ਉਹ ਨਹੀਂ ਸੀ ਹੋਇਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਤਰੀਕੇ ਦੇ ਨਾਲ ਥਾਂ ਤੋਂ ਆਏ ਜਿਹੜੇ ਲੈਜਿਸਲੇਟਰਸ ਆ ਕਿ ਸੈਨੇਟ ਦੇ ਉੱਤੇ ਇਨਫ ਦਬਾਅ ਜਿਹੜਾ ਉਹ ਪਾਉਣ ਦੇ ਵਿੱਚ ਕਾਮਯਾਬ ਹੋਣਗੇ ਵੀ ਉਹ ਇਸ ਵੋਟਿੰਗ ਰਾਈਟਸ ਨੂੰ ਲੈ ਕੇ ਵੀ ਕੋਈ ਸੈਨੇਟ ਦੇ ਵਿੱਚ ਕੋਈ ਬਿੱਲ ਆ ਉਹ ਪਾਸ ਕਰ ਸਕਣ। ਉਧਰ ਓਲੰਪਿਕਸ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਕੁ ਖਬਰਾਂ ਦੇ ਵਿੱਚ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਜਿਹੜੀ US ਦੀ ਵੂਮਨ ਸੌਕਰ ਟੀਮ ਆ ਉਹ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਹੱਥੋਂ ਜਿਹੜੀ ਆ ਉਹ ਹਾਰ ਗਈ ਹੈਗੀ ਆ। ਸੈਮੀਫਾਈਨਲ ਦੇ ਵਿੱਚ ਇਹਨਾਂ ਨੂੰ ਇਹ ਹਾਰ ਦਾ ਸਾਹਮਣਾ ਕਰਨਾ ਪਿਆ। 1-0 ਦੇ ਨਾਲ ਕੈਨੇਡਾ ਨੇ ਟੋਕੀਓ ਓਲੰਪਿਕਸ ਦੇ ਵਿੱਚ ਜਿਹੜਾ ਅਮਰੀਕਾ ਨੂੰ ਜਿਹੜਾ ਉਹ ਹਰਾਇਆ। ਪਿਛਲੀ ਵਾਰ ਦੀ ਜਿਹੜੀ ਇਹ ਜੇਤੂ ਅਮਰੀਕਨ ਟੀਮ ਜਿਹੜੀ ਉਹ ਸੀਗੀ, ਅਤੇ ਗੋਲਡ ਮੈਡਲ ਜਿਹੜਾ ਹੁਣ ਰਹਿ ਗਿਆ। ਹੁਣ ਤੀਜੇ ਥਾਂ ਦੇ ਲਈ ਆਸਟ੍ਰੇਲੀਆ ਦੇ ਨਾਲ ਆਉਂਦੇ ਵੀਰਵਾਰ ਨੂੰ ਇਹਨਾਂ ਦਾ ਮੁਕਾਬਲਾ ਬ੍ਰੌਂਜ਼ ਮੈਡਲ ਦੇ ਲਈ ਉਹ ਹੋਵੇਗਾ। ਜੀ ਜੇ ਟੋਟਲ ਮੈਡਲਸ ਦੀ ਗੱਲ ਕਰਦੇ ਜਾਈਏ, ਚਾਈਨਾ ਵਾਲੇ ਇਸ ਟਾਈਮ 62 ਮੈਡਲਸ ਟੋਟਲ ਲੈ ਕੇ ਜਿਹੜੇ ਆ ਸੈਕੰਡ ਪੋਜੀਸ਼ਨ ਤੇ ਆ, ਪਰ 골ਡ ਮੈਡਲ ਜਿਹੜੇ ਆ ਉਹਨਾਂ ਦੇ ਕੋਲ ਜ਼ਿਆਦਾ ਆ, 29 ਆ, ਤੇ US ਦੇ ਕੋਲ 22 ਆ। ਸਭ ਤੋਂ ਵੱਧ ਜਿਹੜੇ ਮੈਡਲਸ ਆ ਉਹ US ਦੇ ਕੋਲ ਆ, 64 ਦੇ ਕਰੀਬ ਹੈਗੇ ਆ। ਤੇ ਇਸੇ ਤਰ੍ਹਾਂ ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਜਿਹੜੀ ਹਾਕੀ ਦੀ ਟੀਮ ਆ, ਬਹੁਤ ਸਾਰੇ ਪੰਜਾਬੀ ਜਿਹੜੇ ਖੁਸ਼ ਹੈਗੇ ਆ, ਉਹ ਹੁਣ ਲਗਭਗ 4 ਪੋਜੀਸ਼ਨਾਂ ਵਾਲੀ ਪੋਜੀਸ਼ਨ 'ਤੇ ਪਹੁੰਚ ਗਈ। ਉਹਨਾਂ ਨੇ ਗ੍ਰੇਟ ਬ੍ਰਿਟੇਨ ਨੂੰ 3 ਦੇ ਮੁਕਾਬਲੇ 1 ਦੇ ਨਾਲ ਜਿਹੜਾ ਹਰਾਇਆ ਹੈਗਾ। ਸੋ ਲੋਕ ਜਿਹੜੇ ਪੰਜਾਬੀ ਆਪਣੇ ਭੈਣ ਭਰਾ ਆ ਉਹ ਬਹੁਤ ਖੁਸ਼ ਹੈਗੇ ਆ ਵੀ 41 ਸਾਲਾਂ ਬਾਅਦ ਜਿਹੜੀ ਆ ਜਿਹਦੇ ਵਿੱਚ ਮੈਜੋਰਟੀ 'ਚ ਪੰਜਾਬੀ ਹੈਗੇ ਹਾਕੀ ਦੀ ਟੀਮ 'ਚ, ਉਹ ਪੂਰੀ ਤਰ੍ਹਾਂ ਜਿਹੜੀ ਆ ਅੱਗੇ ਲੜਾਈ ਲੜ ਰਹੇ ਹੈਗੇ ਆ। ਕਮਲਪ੍ਰੀਤ ਕੌਰ ਇਹ ਜਿਹੜੀ ਪੰਜਾਬੀਆਂ ਦੀ ਨੌਜਵਾਨ ਕੁੜੀ ਸੀ, ਇਹ 6ਵੀਂ ਪੋਜੀਸ਼ਨ ਦੇ ਉੱਤੇ ਰਹੀ ਹੈਗੀ ਆ। ਇਹਦੇ 'ਤੇ ਵੀ ਬਹੁਤ ਸਾਰਾ ਮਾਣ ਆ। ਆਪਾਂ ਨੂੰ ਪਤਾ ਹੀ ਆ, ਬਹੁਤ ਸਾਰੇ ਲੋਕ ਜਿਹੜੇ ਆਪਾਂ ਇੰਡੀਆ ਤੋਂ ਆਏ ਆ ਵੀ ਉੱਥੇ ਕਿੰਨਾ ਕੁ ਜਿਹੜਾ ਮਨੀ ਜਾਂ ਕਿੰਨੀ ਕੁ ਟ੍ਰੇਨਿੰਗ ਜਿਹੜੀ ਆ ਉੱਥੇ ਦੀ ਜਿਹੜੀ ਸਰਕਾਰ ਆ ਉਹ ਪਲੇਅਰਸ ਦੇ ਉੱਤੇ ਜਿਹੜੀ ਖਰਚਦੀ ਹੈਗੀ ਆ। ਪਰ ਬਹੁਤ ਸਾਰੇ ਜਿਹੜੇ RSS ਦੇ ਜਿਹੜੇ ਆਪਾਂ ਉਹ ਗੰਦੇ ਬੰਦੇ ਕਹਿ ਸਕਦੇ, ਬੜੇ ਔਖੇ ਸੀ ਵੀ ਜਿਹੜੇ ਪੰਜਾਬੀ ਇਹ ਆਪਣੀ ਭੈਣ ਤੇ ਜਿਹੜੇ ਪੰਜਾਬੀਆਂ ਦੀ ਹਾਕੀ ਟੀਮ ਅੱਗੇ ਕਿਵੇਂ ਜਾ ਰਹੀ ਆ। ਸੋ ਕਿਸੇ ਸਪੋਰਟ ਤੋਂ ਬਿਨਾਂ ਫਿਰ ਵੀ ਜਿਹੜੇ 6ਵੇਂ ਨੰਬਰ ਤੇ ਆਉਣਾ ਇਹ ਬਹੁਤ ਵੱਡੀ ਜਿਹੜੀ ਗੱਲ ਹੈਗੀ ਆ। ਸੋ ਆਪਾਂ ਉਹਨਾਂ ਨੂੰ ਵਧਾਈ ਦਿੰਦੇ ਆ। ਬਿਲਕੁਲ ਇਸੇ ਤਰੀਕੇ ਦੇ ਨਾਲ ਔਰਤਾਂ ਦੀ ਜਿਹੜੀ ਹਾਕੀ ਟੀਮ ਆ ਉਹ ਵੀ ਪਹਿਲੀ ਵਾਰੀ ਜਿਹੜੀ ਸੈਮੀਫਾਈਨਲ ਦੇ ਵਿੱਚ ਪਹੁੰਚੀ। ਉਹਦੇ ਵਿੱਚ ਵੀ ਜਿਹੜੀ ਅੰਮ੍ਰਿਤਸਰ ਤੋਂ ਜਿਹੜੀ ਕੁੜੀ ਸੀਗੀ, ਪੰਜਾਬ ਦੀ ਧੀ ਸੀ, ਉਸਨੇ ਜਿਹੜਾ ਗੋਲ, ਇਕਲੌਤਾ ਗੋਲ ਉਸ ਮੈਚ ਦੇ ਵਿੱਚ ਕੀਤਾ ਸੀਗਾ। ਅਤੇ ਇਸੇ ਦੇ ਉੱਤੇ ਮੈਂ ਗੱਲ ਕਰਦਾ ਜਾਵਾਂ, ਜਿਹੜਾ ਕੈਪਟਨ ਅਮਰਿੰਦਰ ਆ ਉਸਨੇ ਜਦੋਂ ਵਧਾਈ ਦਿੱਤੀ ਨਾ ਪਹਿਲਾਂ, ਤਾਂ ਉਸਨੇ ਲਿਖ ਦਿੱਤਾ ਵੀ ਇਹ ਜਿਹੜੀ ਅੰਮ੍ਰਿਤਸਰ ਤੋਂ ਕੁੜੀ ਹੈਗੀ ਆ, ਅਤੇ ਮਗਰੇ ਹੀ ਜਿਹੜਾ ਰਾਈਟ ਵਿੰਗ ਮੀਡੀਆ ਆ ਉਸ ਨੇ ਨਾਲ ਦੇ ਨਾਲ ਕਿਹਾ ਵੀ ਇਹ ਗੁਰਜੀਤ ਕੌਰ ਇੰਡੀਆ ਤੋਂ ਆ ਜੀ, ਅੰਮ੍ਰਿਤਸਰ ਤੋਂ ਨਹੀਂ ਹੈਗੀ। ਹੁਣ ਤੁਸੀਂ ਦੱਸੋ ਵੀ ਅੰਮ੍ਰਿਤਸਰ ਤਾਂ ਇੰਡੀਆ ਦੇ ਬਣਨ ਤੋਂ ਪਹਿਲਾਂ ਦਾ ਇਹ ਗੁਰੂ ਕੀ ਨਗਰੀ ਜਿਹੜੀ ਵਸਦੀ ਆ ਰਹੀ ਆ, ਤੇ ਉਹ ਵੀ ਇੰਡੀਆ 'ਚ ਹੀ ਆ, ਕਿਹੜਾ ਕਿਤੇ ਬਾਹਰ ਨਹੀਂ। ਪਰ ਤੁਸੀਂ ਦੇਖੋ ਹਰਜੋਤ ਸਿੰਘ ਜੀ, ਨੈਰੇਟਿਵ ਦੇਖੋ ਨਾ ਵੀ ਕਿਸ ਤਰੀਕੇ ਦੇ ਨਾਲ ਆ ਵੀ ਕਿੱਦਾਂ ਮਿਰਚਾਂ ਲੜਦੀਆਂ। ਜਦੋਂ ਪਿਛਲੇ ਮੁੰਡਿਆਂ ਦੇ ਹਾਕੀ ਦੀ ਟੀਮ ਦੇ ਵਿੱਚ ਸਿੰਘਾਂ ਨੇ ਗੋਲ ਕੀਤੇ 3, ਤਾਂ ਜਦੋਂ ਉਹਨਾਂ ਨੇ ਕਿਹਾ ਵੀ ਸਿੰਘ ਨੇ ਗੋਲ ਕੀਤੇ, ਪੰਜਾਬ ਦੇ ਮੁੰਡਿਆਂ ਨੇ ਗੋਲ ਕੀਤੇ, ਤੇ ਉਹ ਵੀ ਉਹਨਾਂ ਤੋਂ ਜਰੀ ਨਹੀਂ ਗਈ ਗੱਲ ਵੀ ਇਹ ਚੀਜ਼ ਜਿਹੜੀ ਉਹ ਕਿਉਂ ਉਹ ਆਖ ਰਹੇ ਹੈਗੇ ਆ। ਸੋ ਅਤੇ ਕੈਪਟਨ ਅਮਰਿੰਦਰ ਜਿੱਦਾਂ ਆਪਾਂ ਨੂੰ ਪਤਾ ਹੀ ਆ ਵੀ ਉਹ ਤਾਂ ਤਲਵੇ ਚੱਟਦਾ ਹੀ ਰਹਿੰਦਾ ਹੈ ਉੱਥੇ ਉਹਨਾਂ ਦੇ, ਅਤੇ ਕਹਿੰਦੇ ਨਾਲ ਹੀ ਉਹਨੇ ਅਗਲੀ ਟਵੀਟ ਦੇ ਵਿੱਚ ਜਿਹੜੇ ਆਪਣੀ ਮਾਫੀ ਮੰਗਦੇ ਹੋਏ ਤਾਂ ਉਸਨੂੰ ਫਿਰ ਉਹੀ ਚੀਜ਼ ਆਖ ਦਿੱਤੀ ਜੋ ਰਾਈਟ ਵਿੰਗ ਵਾਲੇ ਜਿਹੜੇ ਉਸ ਨੂੰ ਅਖਵਾਉਣਾ ਚਾਹੁੰਦੇ ਸੀਗੇ। ਹਾਲਾਤ ਤੁਸੀਂ ਆਪ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਉਹ ਗੁਲਾਮੀ ਜਿਹੜੀ ਪੂਰੀ ਤਰ੍ਹਾਂ ਜਿਹੜੀ ਉਹ ਕਬੂਲੀ ਜਾ ਚੁੱਕੀ ਹੈਗੀ ਆ ਉੱਥੇ। ਹੁਣ ਜਦੋਂ ਫਾਰਮਰ ਲੜਦੇ ਸੀਗੇ ਅਤੇ ਉਦੋਂ ਇਹ ਜਿਹੜੇ ਸਿੱਖ ਹੀ ਜਿਹੜੇ ਪੰਜਾਬੀ ਆ
ਉਦੋਂ ਇਹ ਖਾਲਿਸਤਾਨੀ ਸੀਗੇ, ਇਹ ਅੱਤਵਾਦੀ ਸੀਗੇ, ਅਤੇ ਹੁਣ ਜੇ ਉਹ ਮੈਡਲ ਜਿਤਾਉਣ ਦੀ ਕਗਾਰ ਦੇ ਉੱਤੇ ਆਏ ਆ ਅਤੇ ਵੇਖ ਕਿੱਡੀ ਜਲਦੀ ਇਹਨਾਂ ਨੇ ਉਹਨਾਂ ਨੂੰ ਇੰਡੀਅਨ ਜਿਹੜਾ ਆ ਉਹ ਆਖਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਸੋ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਦੀ ਨੀਤ ਜਿਹੜੀ ਆ ਕਿਸ ਹਿਸਾਬ ਦੇ ਨਾਲ, ਮਨ ਜਿਹੜਾ ਆ ਉਹਨਾਂ ਦਾ ਦਿਮਾਗ ਕਿਸ ਹਿਸਾਬ ਦੇ ਨਾਲ ਉਸ ਦੇ ਵਿੱਚ ਕੂੜ ਪ੍ਰਚਾਰ ਭਰਿਆ ਪਿਆ ਹੈਗਾ ਆ। ਜੀ, ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪਹਿਲਾਂ ਮਹਾਮਾਰੀ ਦਾ ਅੰਤ ਬਹੁਤ ਦੂਰ ਲੱਗਦਾ ਸੀ, ਜਿਵੇਂ ਪਹੁੰਚ ਤੋਂ ਬਾਹਰ, ਪਰ ਸਾਡੇ ਯਤਨਾਂ ਦਾ ਫਲ ਮਿਲਿਆ ਕਿਉਂਕਿ ਅਸੀਂ ਇਕੱਠੇ ਕੰਮ ਕੀਤਾ। ਤੇ ਜਦੋਂ ਅਸੀਂ ਇਕੱਠੇ ਕੰਮ ਕਰਦੇ ਹਾਂ ਉੱਥੇ ਕੁਝ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ ਜੋ ਅਸੀਂ ਕਰ ਸਕਦੇ ਹਾਂ। ਤਾਂ ਆਓ ਇਸ ਨੂੰ ਜਾਰੀ ਰੱਖੀਏ, ਟੀਕਾਕਰਨ ਕਰਵਾਓ ਤੇ ਇੱਕ ਮਾਸਕ ਪਹਿਨੋ ਜਦੋਂ ਇਹ ਤੁਹਾਡੀ ਤੇ ਦੂਜਿਆਂ ਦੀ ਰੱਖਿਆ ਕਰ ਸਕਦਾ ਹੈ। ਤੁਹਾਡੀਆਂ ਕਾਰਵਾਈਆਂ ਜਾਨਾਂ ਬਚਾਉਂਦੀ ਹੈ। ਹੋਰ ਜਾਣਨ ਲਈ covid19.ca.gov ਤੇ ਜਾਓ। ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। मैं क्या जी ग्रोसरी ਲੈਣ ਚਲੀਏ? ग्रोसरी ਲੈਣਾ ਤਾਂ ਸਿਰਫ ਬਹਾਨਾ ਹੈ। ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀ ਜਿਹੜੀ ਖਬਰ ਉਸ ਤੋਂ ਜਿਹੜੀ ਉਸ ਦੇ ਵੱਲ ਵੱਧਦੇ ਜਾਈਏ, ਡਿਕਸੀ ਫਾਇਰ ਜਿਹੜੀ ਕੈਲੀਫੋਰਨੀਆ ਦੇ ਵਿੱਚ ਲੱਗੀ ਹੋਈ ਆ ਇਸ ਟਾਈਮ ਤਕਰੀਬਨ 2,500 ਏਕੜ ਦੇ ਵਿੱਚ 2.5 ਲੱਖ ਏਕੜ ਦੇ ਵਿੱਚ ਜਿਹੜੀ ਆ ਉਹ ਜਿਹੜੀ ਉਹ ਫੈਲ ਚੁੱਕੀ ਹੋਈ ਆ। 35% ਕੰਟੇਨਮੈਂਟ ਦੇ ਬਾਰੇ ਜਿਹੜੀ ਕੈਲ ਫਾਇਰ ਉਸ ਨੇ ਦੱਸਿਆ ਹੈਗਾ ਆ। ਅਤੇ ਇਵੈਕੂਏਸ਼ਨ ਆਰਡਰਸ ਕਈ ਥਾਵਾਂ ਦੇ ਉੱਤੇ ਜਿੱਥੇ ਲੋਕਾਂ ਨੂੰ ਬਾਹਰ ਜਾਣ ਦੇ ਲਈ ਆਖਿਆ ਗਿਆ ਸੀਗਾ ਉਸ ਨੂੰ ਜਿਹੜਾ ਉਹਨਾਂ ਨੇ ਹਟਾ ਲਿਆ ਹੈਗਾ ਆ। ਪਰ ਫਿਰ ਵੀ ਇਸ ਦੇ ਧੂਏਂ ਦੀ ਮਾਰ ਚੌਂਸ਼ ਫੇਰੇ ਜਿਹੜੀ ਉਹ ਇਸ ਟਾਈਮ ਫੈਲੀ ਹੋਈ ਆ। ਇਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ 11ਵੀਂ ਸਭ ਤੋਂ ਵੱਡੀ ਜਿਹੜੀ ਆ ਉਹ ਅੱਗ ਦੱਸੀ ਜਾ ਰਹੀ ਆ। 3100 ਜਿਹੜੇ ਉਸ ਤੋਂ ਵੱਧ ਜਿਹੜੇ ਸਟਰਕਚਰਸ ਆ ਇਸ ਦੀ ਲਪੇਟ ਦੇ ਵਿੱਚ ਆਉਣ ਦਾ ਖਦਸ਼ਾ ਜਿਹੜਾ ਆ ਉਹ ਦੱਸਿਆ ਗਿਆ ਹੈਗਾ ਆ। ਸੋ ਪਹਿਲਾਂ ਇੱਕ ਦਿਨ ਪਹਿਲਾਂ 10,000 ਜਿਹੜੇ ਸਟਰਕਚਰ ਆ ਉਸ ਨੂੰ ਖਤਰਾ ਦੱਸਿਆ ਗਿਆ ਸੀਗਾ, ਪਰ ਕੰਟੇਨਮੈਂਟ ਥੋੜ੍ਹੀ ਵਧਣ ਦੇ ਨਾਲ ਇਹ ਜਿਹੜੇ ਸਟਰਕਚਰਸ ਇਸ ਦੇ ਅਧੀਨ ਜਿਹੜੇ ਆ ਰਹੇ ਆ ਜਿਨ੍ਹਾਂ ਨੂੰ ਖਤਰਾ ਆ ਉਹ ਥੋੜ੍ਹਾ ਜਿਹਾ ਘਟਿਆ ਹੈਗਾ ਆ। ਸੋ ਇਹ 13 ਜੁਲਾਈ ਤੋਂ ਜਿਹੜੀ ਹਰਜੋਤ ਸਿੰਘ ਜੀ ਡਿਕਸੀ ਫਾਇਰ ਆ ਉਹ ਸ਼ੁਰੂ ਜਿਹੜੀ ਉਹ ਹੋਈ ਸੀਗੀ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਲਗਾਤਾਰ ਫੈਲਦੀ ਗਈ ਆ ਅਤੇ ਇਸ ਟਾਈਮ ਜਿਹੜੀ 2.5 ਲੱਖ ਏਕੜ ਦੇ ਵਿੱਚ ਇਹ ਫੈਲੀ ਹੋਈ ਆ। ਜੀ ਬਿਲਕੁਲ, ਅੱਗ ਨੇ ਬਹੁਤ ਜਿਹੜੀ ਤਬਾਹੀ ਆ ਕੈਲੀਫੋਰਨੀਆ 'ਚ ਮਚਾਈ ਹੋਈ ਹੈਗੀ ਆ। ਅੱਗੇ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਜਾਈਏ। ਪਿਛਲੇ 9 ਦਿਨਾਂ ਤੋਂ ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਸਾਡਾ ਜਿਹੜਾ ਫ੍ਰਿਜ਼ਨੋ ਵਾਲਾ ਰੇਡੀਓ ਸਟੇਸ਼ਨ ਆ ਉੱਥੇ ਕੈਂਪ ਲਾਇਆ ਗਿਆ ਸੀ। ਬੱਚਿਆਂ ਦਾ ਆਰਟ ਕੈਂਪ ਅਤੇ ਪ੍ਰਦਰਸ਼ਨੀ ਲਾਈ ਗਈ ਸੀ ਸਰਦਾਰ ਪਰਮ ਸਿੰਘ ਉਹਨਾਂ ਦੀ, ਜਿਹੜੇ ਕੈਨੇਡਾ ਤੋਂ ਇੱਥੇ ਆਏ ਹੋਏ ਆ। ਬਹੁਤ ਹੀ ਵਧੀਆ ਜਿਹੜੀਆਂ ਪੇਂਟਿੰਗਸ ਉਹਨਾਂ ਦੀਆਂ 18ਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ, ਵੀ ਕਿੱਦਾਂ ਦਾ ਸਾਡਾ ਕਰੈਕਟਰ ਸੀ, ਕਿੱਦਾਂ ਦੇ ਬਹਾਦਰ ਸਿੱਖ ਸੀ, ਉਹਨਾਂ ਦੇ ਬਾਬਤ ਪ੍ਰਦਰਸ਼ਨੀ ਲਾਈ ਗਈ ਸੀ। ਅਤੇ ਮੈਂ ਕਹਿੰਦਾ ਵੀ ਬੇਕਰਸਫੀਲਡ ਤੋਂ ਲੈ ਕੇ ਜੁਬਾ ਸਿਟੀ ਤੱਕ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਲੋਕ ਜਿਹੜੇ ਆ ਉਸ ਪ੍ਰਦਰਸ਼ਨੀ ਨੂੰ ਦੇਖਣ ਆਏ। 25 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਨੇ 5 ਦਿਨ ਦਾ ਪੂਰਾ ਕੈਂਪ ਲਾਇਆ। ਬਾਅਦ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੀ ਪੇਂਟਿੰਗਸ ਉਹਨਾਂ ਨੇ ਤਿਆਰ ਕੀਤੀ ਬਹੁਤ ਵਧੀਆ, ਅਤੇ ਬਾਅਦ 'ਚ ਉਹਨਾਂ ਨੂੰ ਸਰਟੀਫਿਕੇਟਸ ਵੀ ਦਿੱਤੇ ਗਏ। ਸੈਚਰਡੇ ਨੂੰ ਡਾਕਟਰ ਬਰਾੜ, ਕੁਲਵੰਤ ਢੱਲੀਆਂ, ਹੋਰ ਬਹੁਤ ਸਾਰੇ ਜਿਹੜੇ ਉੱਥੇ ਲੋਕ ਆਲੇ ਦੁਆਲੇ ਸੰਗਤਾਂ ਪੂਰੀ ਤਰ੍ਹਾਂ ਆਈਆਂ ਹੋਈਆਂ ਸੀ। ਸੋ ਉਹਦੇ ਬਾਰੇ ਵੀ ਆਪਾਂ ਜਿਹੜਾ ਆ ਸਾਰੇ ਜਿੰਨੇ ਸਾਡੇ ਸਰੋਤੇ ਉੱਥੇ ਆਏ ਹੋਏ ਸੀ ਸਾਰਿਆਂ ਦਾ ਆਪਾਂ ਪੰਜਾਬੀ ਰੇਡੀਓ USA ਨੂੰ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ। ਬਿਲਕੁਲ ਜੀ, ਸਾਰੇ ਜਿਹੜੇ ਬੱਚੇ ਜਿਨ੍ਹਾਂ ਨੇ ਇਸ ਪੂਰੇ ਕੈਂਪ ਦੇ ਵਿੱਚ ਭਾਗ ਲਿਆ ਉਹਨਾਂ ਦੇ ਮਾਪੇ ਪਰਿਵਾਰਾਂ ਸਮੇਤ ਜਿਹੜੇ ਆ ਉਹਨਾਂ ਦੇ ਜਿਹੜੇ ਸਰਟੀਫਿਕੇਸ਼ਨ ਦਾ ਜਿਹੜਾ ਸਮਾਗਮ ਸੀਗਾ ਉਸ ਦੇ ਵਿੱਚ ਜਿਹੜੇ ਉਹ ਪਹੁੰਚੇ ਸੀਗੇ ਅਤੇ ਉਹਨਾਂ ਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਜਿਹੜਾ ਉਹ ਸ਼ੁਕਰੀਆ ਅਦਾ ਕਰਦੇ ਹਾਂ। ਹੱਸਦੇ ਖੇਡਦੇ ਇਹ ਬੱਚਿਆਂ ਦੇ ਲਈ ਵਧੀਆ ਇਹ ਕੈਂਪ ਜਿਹੜਾ ਉਹ ਨਿਬੜਿਆ। ਬੱਚਿਆਂ ਨੇ ਸਟੇਜ 'ਤੇ ਆ ਕੇ ਖੁਦ ਜਿਹੜਾ ਦੱਸਿਆ ਵੀ ਉਹ ਕੀ ਕੁਛ ਉਹਨਾਂ ਨੇ ਸਿੱਖਿਆ। ਕਈਆਂ ਨੇ ਜਿਹੜੇ ਬੱਚਿਆਂ ਨੇ ਇਸ ਸਮਾਗਮ ਦੇ ਦੌਰਾਨ
ਆਪਣੇ ਵੱਲੋਂ ਤਿਆਰ ਕੀਤੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ ਉਹ ਵੀ ਜਿਹੜੀਆਂ ਉਹ ਪੇਸ਼ ਕੀਤੀਆਂ। ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚੇ ਆ ਜਿਹੜੇ ਇਸ ਦੇ ਵਿੱਚ ਸ਼ਾਮਲ ਸੀਗੇ। ਸੋ ਸਾਰਿਆਂ ਦਾ ਹੀ ਧੰਨਵਾਦ ਜਿਹੜਾ ਉਹ ਕਰਦੇ ਹਾਂ। ਇਹ ਤਾਂ ਪਿਛਲੇ ਸਾਲ ਕੋਵਿਡ ਦੇ ਚੱਲਦਿਆਂ ਥੋੜ੍ਹੇ ਸਮਾਗਮ ਘੱਟ ਰਹੇ, ਨਹੀਂ ਤਾਂ ਪੰਜਾਬੀ ਕਲਚਰਲ ਸੈਂਟਰ ਦੇ ਦੁਆਰਾ 2019 ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਸਮਾਗਮ ਆ ਉਹ ਕਰਵਾਏ ਗਏ ਸੀਗੇ। ਅਤੇ ਉਮੀਦ ਕਰਦੇ ਹਾਂ ਵੀ ਹੁਣ ਡੈਲਟਾ ਵੇਰੀਐਂਟ ਦਾ ਜਿਹੜਾ ਖਤਰਾ ਆ ਉਹ ਘਟਿਆ ਰਹੇ, ਉਹ ਫੈਲੇ ਨਾ, ਅਤੇ ਅਨਲੈਸ ਕੋਈ ਇੱਦਾਂ ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਨਹੀਂ ਹੁੰਦੀਆਂ ਤਾਂ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜ਼ਰੂਰ ਇੱਦਾਂ ਦੇ ਪੰਜਾਬੀ ਕਲਚਰਲ ਸੈਂਟਰ ਦੇ ਦੁਆਰਾ ਜਿਹੜੇ ਪ੍ਰੋਗਰਾਮ ਆ ਫਰੈਜ਼ਨੋ ਦੇ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਉਹ ਲਗਾਤਾਰ ਜਿਹੜੇ ਉਹ ਆਪਾਂ ਕਰਵਾਉਂਦੇ ਜਿਹੜੇ ਉਹ ਰਵਾਂਗੇ ਅਤੇ ਤੁਹਾਡੇ ਹਮੇਸ਼ਾ ਹੀ ਸਾਥ ਦੀ ਜਿਹੜੀ ਉਹ ਜ਼ਰੂਰਤ ਆ। ਸੋ ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਆ ਉਹ ਚੱਲ ਕੇ ਆਈਆਂ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਪੇਂਟਿੰਗਸ ਦਾ ਆਨੰਦ ਜਿਹੜਾ ਉਹ ਮਾਣਨ ਦੇ ਲਈ। ਇਹ ਪੇਂਟਿੰਗਸ ਇਸ ਲਈ ਵੀ ਬਹੁਤ ਜ਼ਿਆਦਾ ਮਹੱਤਤਾ ਜਿਹੜੀਆਂ ਉਹ ਰੱਖਦੀਆਂ ਆ ਕਿਉਂਕਿ ਉਹ ਬੜੇ ਹੀ ਇੰਪੋਰਟੈਂਟ ਸਮੇਂ ਦੇ ਉੱਤੇ ਇਤਿਹਾਸ ਦੇ ਜਿਹੜੇ ਆ ਉਹਨਾਂ ਥਾਵਾਂ ਦੇ ਉੱਤੇ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ, ਜਿਸ ਤੋਂ ਬਾਅਦ ਦੇ ਵਿੱਚ ਅਹਿਮ ਘਟਨਾਵਾਂ ਉਸ ਦੇ ਕਰਕੇ ਜਿਹੜੀਆਂ ਉਹ ਵਾਪਰੀਆਂ। ਸੋ ਬੜੀਆਂ ਇੰਪੋਰਟੈਂਟ ਜਿਹੜੀਆਂ ਇਹ ਘਟਨਾਵਾਂ ਦੇ ਉੱਤੇ ਆ। ਸੋ ਆਉਣ ਵਾਲੇ ਜਿਹੜੇ ਆ ਦਿਨਾਂ ਦੇ ਵਿੱਚ ਆਪਾਂ ਜਲਦ ਹੀ ਪਰਮ ਸਿੰਘ ਹੋਣਾ ਦੇ ਨਾਲ ਇਨ ਡੈਪਥ ਜਿਹੜੀ ਇੰਟਰਵਿਊ ਆ ਉਹ ਵੀ ਤੁਹਾਡੇ ਲਈ ਜਿਹੜੀ ਉਹ ਪੇਸ਼ ਜਿਹੜੀ ਉਹ ਕਰਾਂਗੇ। YouTube Facebook ਦੇ ਉੱਤੇ ਉਹਨਾਂ ਦੇ ਨਾਲ ਜਿਹੜੀ ਕੀਤੀ ਚਰਚਾ ਆ ਅਤੇ ਉਹ ਵੀ ਜਿਹੜੀ ਉਹ ਤੁਹਾਡੇ ਲਈ ਉੱਥੇ ਵੀਡੀਓ ਦੇ ਰੂਪ ਦੇ ਵਿੱਚ ਪੇਸ਼ ਕੀਤੀ ਜਾਊਗੀ ਅਤੇ ਆਡੀਓ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ USA ਦੇ ਸਮੂਹ ਨੈਟਵਰਕ ਦੇ ਉੱਤੇ ਵੀ ਉਹ ਜਿਹੜੀ ਇੰਟਰਵਿਊ ਆ ਜਲਦ ਹੀ ਜਿਹੜੀ ਉਹ ਤੁਹਾਡੇ ਲਈ ਉਸ ਨੂੰ ਜਿਹੜਾ ਉਹ ਰਨ ਕੀਤਾ ਜਾਊਗਾ। ਸੋ ਬਹੁਤ ਚੰਗਾ ਲੱਗਾ ਉਹਨਾਂ ਦੇ ਨਾਲ ਮਿਲ ਕੇ, ਬੜੇ ਹੀ ਡਾਊਨ ਟੂ ਅਰਥ, ਬੜੇ ਹੀ ਹੰਬਲ ਜਿਹੜੇ ਆ ਉਹ ਇਹ ਚਿੱਤਰਕਾਰ ਹੈਗੇ ਆ ਅਤੇ ਉਹਨਾਂ ਨੂੰ ਵੀ ਕਹਿੰਦੇ ਵੀ ਬਹੁਤ ਆਨੰਦ ਉਹਨਾਂ ਨੇ ਜਿਹੜਾ ਉਹ ਲਿਆ ਆ ਇਸ ਚੀਜ਼ ਦੇ ਵਿੱਚ ਵੀ। ਉਹਨਾਂ ਨੂੰ ਵੀ ਬੱਚਿਆਂ ਦੇ ਨਾਲ ਇਹ ਕੈਂਪ ਲਾਉਣ ਦਾ ਪਹਿਲਾ ਮੌਕਾ ਸੀਗਾ ਅਤੇ ਬੱਚਿਆਂ ਨੇ ਵੀ ਅਤੇ ਇਹਨਾਂ ਨੇ ਵੀ ਕਹਿੰਦੇ ਵੀ ਅਸੀਂ ਬਹੁਤ ਕੁਛ ਇਸ ਚੀਜ਼ ਦੇ ਵਿੱਚ ਜਿਹੜਾ ਉਹ ਸਿੱਖਿਆ ਹੈਗਾ। ਸੋ ਜ਼ਰੂਰ ਅਸੀਂ ਧੰਨਵਾਦ ਕਰਦੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹਨਾਂ ਦੀ ਪ੍ਰਦਰਸ਼ਨੀ ਹੋਰ ਕਿਸੇ ਇਲਾਕੇ ਦੇ ਵਿੱਚ ਹੁੰਦੀ ਹੈ ਅਤੇ ਉਸ ਦੇ ਬਾਰੇ ਵੀ ਆਪਾਂ ਉੱਥੋਂ ਦੇ ਇਲਾਕਾ ਨਿਵਾਸੀਆਂ ਨੂੰ ਜਿਹੜਾ ਉਹ ਅਗਾਹ ਕਰ ਦੇਵਾਂਗੇ। ਜੀ ਇਸ ਵੀਕ ਉਹਨਾਂ ਨੇ ਫਰੀਮੌਂਟ ਲਾਉਣੀ ਹੈਗੀ ਗੁਰਦੁਆਰਾ ਸਾਹਿਬ ਟਿਊਜ਼ਡੇ ਤੋਂ ਲੈ ਕੇ ਮੇਰੇ ਖਿਆਲ ਨਾਲ ਸੰਡੇ ਤੱਕ ਜੀ। ਉਹਦੇ ਬਾਰੇ ਆਪਾਂ ਜ਼ਰੂਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਸੈਕਰਾਮੈਂਟੋ ਤੋਂ ਵੀ ਕਾਫੀ ਰਿਕੁਐਸਟ ਆਈਆਂ ਸੀਆਂ ਜੀ। ਅਗਲੀ ਜੇ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਸਰੋਤਿਆਂ ਨੂੰ ਯਾਦ ਹੋਊਗਾ ADA ਲਾ ਸੂਟਸ ਦਾ ਬਹੁਤ ਸਾਰੇ ਜਿਹੜੇ ਪੰਜਾਬੀ ਆ ਆਪਣੇ ਭੈਣ ਭਰਾ ਉਹ ਛੋਟੇ ਛੋਟੇ ਬਿਜ਼ਨਸਿਸ ਓਨ ਕਰਦੇ ਆ, ਚਾਹੇ ਉਹ ਰੈਸਟੋਰੈਂਟ ਆ, ਗੈਸ ਸਟੇਸ਼ਨਸ ਆ, ਲਿਕਰ ਸਟੋਰਸ ਆ। ਕੀ ਆ ਭਈ ਇੱਕ ਇੱਥੇ ਗੋਰਾ ਸੀ, ਉਹ ਇਸ ਲਾ ਨੂੰ ਮਿਸਯੂਜ਼ ਕਰਕੇ ਹਰ ਇੱਕ ਦੇ ਉਹਨ ਬੰਦੇ ਹਾਇਰ ਕੀਤੇ ਹੋਆ ਹੈਂਡੀਕੈਪ ਜਾ ਕੇ ਉੱਥੇ ਜੀ ਉਹਨਾਂ ਨੂੰ ਫੋਟੋ ਖਿੱਚ ਕੇ ਕੁਛ ਨਾ ਕੁਛ ਮਾੜਾ ਮੋਟਾ ਸੋਡਾ ਲੈ ਕੇ ਪ੍ਰੂਫ ਦੇ ਕੇ ਤੇ ਉਹਨਾਂ ਤੇ ਲਾ ਸੂਟ ਫਾਈਲ ਕਰ ਦਿੰਦਾ ਸੀ। ਹਜ਼ਾਰਾਂ ਹੀ ਸੀਰੀਅਲ ਲਾ ਸ਼ੂਟਰ ਜਿਹੜਾ ਉਸ ਨੂੰ ਆਖਿਆ ਜਾਂਦਾ ਸੀਗਾ ਵੀ ਉਹ ਸੀਰੀਅਲ ਤੌਰ ਤੇ ਬਹੁਤ ਜ਼ਿਆਦਾ ਕਰਦਾ ਸੀ। ਹਜ਼ਾਰਾਂ ਦੇ ਕਰੀਬ ਜਿਹੜੇ ਪੰਜਾਬੀ ਆ ਉਹਨਾਂ ਦੇ ਜਿਹੜੇ ਸਟੋਰਾਂ ਤੇ ਲਾ ਸੂਟ ਹੋਏ। ਉਹ ਲਾ ਸੂਟ ਅਲਟੀਮੇਟਲੀ ਕੀ ਹੁੰਦਾ, ਸੈਟਲਮੈਂਟ ਹੁੰਦੀ ਆ $15,000 ਤੋਂ $20,000 ਲੱਗ ਜਾਂਦਾ ਉਹਦੇ ਉੱਤੇ। ਹੁਣ ਪਿਛਲੇ ਹਫ਼ਤਿਆਂ ਦੇ ਦੌਰਾਨ ਸੈਨ ਫਰਾਂਸਿਸਕੋ ਦਾ ਜਿਹੜਾ ਚਾਈਨਾ ਟਾਊਨ ਆ ਉੱਥੇ ਵੀ ਉਹਨਾਂ ਨੇ ਇਹੀ ਕੰਮ ਕੀਤਾ ਤੇ 100 ਦੇ ਕਰੀਬ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਸੂ ਕੀਤਾ ਹੈਗਾ ਆ ਵੀ ਜੀ ਇੱਥੇ ਵਾਇਲੇਸ਼ਨ ਆ। ਕੁਛ ਨਾ ਕੁਛ ਨਿਕਲ ਆਉਂਦਾ, ਤੁਹਾਨੂੰ ਪਤਾ ਕਿਸੇ ਦਾ ਹੈਂਡੀਕੈਪ ਦਾ ਸਾਈਨ ਜਿਹੜਾ ਆ ਉਹ ਮਿਟ ਗਿਆ ਹੁੰਦਾ, ਮੀਂਹ ਪੈ ਗਿਆ ਜਾਂ ਕੁਛ ਹੋ ਗਿਆ ਤੇ ਉੱਥੇ ਦੇ ਹੁਣ ਸਾਰੇ ਚਾਈਨੀਜ਼ ਜਿਹੜੇ ਹੈਗੇ ਆ ਬਿਜ਼ਨਸ ਓਨਰਸ ਉਹ ਇਕੱਠੇ ਹੋ ਕੇ ਉਹਨਾਂ ਨੇ ਬਹੁਤ ਰੌਲਾ ਪਾਇਆ। ਹੁਣ ਈਵਨ ਸੈਨ ਫਰਾਂਸਿਸਕੋ ਦੀ ਮੇਅਰ ਵੀ ਉਹਨਾਂ ਦੇ ਹੱਕ 'ਚ ਆਈ ਆ। ਉਹ ਕਹਿੰਦੀ ਵੀ ਈਵਨ ਦੋ ਮੈਂ ਜਿਹੜਾ ਆ ਹੈਂਡੀਕੈਪ ਲੋਕ ਜਿਹੜੇ ਉਹਨਾਂ ਦੇ ਹੱਕ 'ਚ ਆ, ਪਰ ਇਹ ਜਿਹੜਾ ਮਿਸਯੂਜ਼ ਹੋ ਰਿਹਾ ਬਹੁਤ ਮਾੜੀ ਗੱਲ ਆ। ਪੈਂਡੇਮਿਕ ਦੇ ਦੌਰਾਨ ਇਹ ਸਾਰੇ ਬਿਜ਼ਨਸ ਖੁੱਲ੍ਹੇ ਰਹੇ ਆ। ਸੋ ਇਹ ਗੱਲ ਮੈਂ ਤਾਂ ਸਾਂਝੀ ਕਰਨਾ ਚਾਹੁੰਦਾ ਰਾਜਕਨਵੀਰ ਸਿੰਘ ਜੀ। ਆਪਾਂ ਕਈ ਵਾਰੀ ਪੰਜਾਬੀ ਕੀ ਆ ਨਾ ਐਸੋਸੀਏਸ਼ਨਾਂ ਵੀ ਬਣਾ ਲੈਂਦੇ ਆ, ਪੈਸੇ ਵੀ ਨਹੀਂ ਜੀ ਅਸੀਂ ਫਾਈਟ ਕਰਾਂਗੇ, ਆਪਣੀਆਂ ਐਸੋਸੀਏਸ਼ਨਾਂ ਵੀ ਬਣੀਆਂ ਆ ਕਈ। ਕੀ ਹੁੰਦਾ ਅਲਟੀਮੇਟਲੀ ਉਹ ਰਿਜ਼ਲਟ ਉਹਨਾਂ ਦਾ ਕੀ ਹੁੰਦਾ, ਉਹਨੀ ਇੱਦਾਂ ਦੀ ਚੀਜ਼ ਤਾਂ ਕੀ ਫਾਈਟ ਕਰਨੀ ਆ, ਮੁੜ ਕੇ ਐਂਟਰਟੇਨਮੈਂਟ ਕਰਨ ਲੱਗ ਪੈਂਦੇ ਵੀ ਜੀ ਇੱਥੇ ਮੇਲਾ ਲਾਵਾਂਗੇ, ਇੱਥੇ ਗਾਣੇ ਸੁਣਨ ਆ ਜਾਓ, ਇੱਥੇ ਆ ਜਾਓ। ਸੋ ਸਾਨੂੰ ਦੇਖੋ ਜੇ 100 ਬਿਜ਼ਨਸਿਸ ਚੀਨੀਆਂ ਦੇ ਚਾਈਨੀਜ਼ ਮੂਲ ਦੇ ਲੋਕਾਂ ਦੇ ਉੱਤੇ ਇਹ ਗੱਲ ਹੋਈ ਆ ਤੇ ਪੂਰੇ ਮੀਡੀਆ ਛਪ ਗਈ ਆ। ਇਹ ਨੈਸ਼ਨਲ ਲੈਵਲ ਮੀਡੀਆ ਨੇ ਵੀ ਇਹ ਖਬਰ ਸਾਂਝੀ ਕੀਤੀ ਆ। ਪਿਛਲੇ ਸਾਲਾਂ ਦੇ ਦੌਰਾਨ ਆਪਾਂ ਖਬਰਾਂ ਦੇਖੀਆਂ ਆ ਵੀ ਕਿਸ ਤਰ੍ਹਾਂ ਕਿੰਨੇ ਕੁ ਪੰਜਾਬੀਆਂ ਦੇ ਜਿਹੜੇ ਹੈਗੀਆਂ ਆਰਗੇਨਾਈਜੇਸ਼ਨ ਜਾਂ ਪੰਜਾਬੀਆਂ ਨੇ ਰੌਲਾ ਪਾਇਆ ਵੀ ਸਾਡੇ ਨਾਲ ਧੱਕਾ ਹੋ ਰਿਹਾ, ਵੀ ਸ਼ਰੇਆਮ ਮਿਸਯੂਜ਼ ਹੋ ਰਿਹਾ ਇਸ ਲਾਅ ਦਾ, ਵੀ ਇਹਦੇ ਤੇ ਕਾਂਗਰਸ ਨੂੰ ਜਾਂ ਸੈਨੇਟ ਨੂੰ ਵਰਕਆਊਟ ਕਰਨਾ ਚਾਹੀਦਾ ਆ। ਸੋ ਇਸੇ ਤਰ੍ਹਾਂ ਟਰੱਕਿੰਗ ਦੀ ਵੀ ਆਪਾਂ ਬਹੁਤ ਵਾਰ ਗੱਲ ਕਰਦੇ ਆ
ਵੀ ਟਰੱਕਿੰਗ ਆਪਾਂ ਕਈਆਂ ਦੇ 200 300 ਟਰੱਕ ਵੀ ਹੋ ਗਏ। ਆਪਾਂ ਐਸੋਸੀਏਸ਼ਨ ਬਣਾਉਣ ਦੀ ਵੀ ਗੱਲ ਕਰਦੇ ਹਾਂ। ਕਿੰਨੇ ਕੁ ਜਿਹੜੇ ਲੋਕ ਹੈਗੇ ਆ ਜਿਹੜੇ ਡਿਸਾਈਡ ਕਰਦੇ ਹੈਗੇ ਆ ਉੱਦਾਂ ਦੀਆਂ ਆਰਗੇਨਾਈਜੇਸ਼ਨ ਜਿਹੜੀਆਂ FMCSA ਜਾਂ ਹੋਰ, ਉਹਨਾਂ 'ਚ ਆਪਣੇ ਪੰਜਾਬੀ ਪਹੁੰਚੇ ਹੈਗੇ ਆ ਜਿੱਥੇ ਡਿਸਾਈਡ ਹੋਣਾ ਹੈ ਵੀ ਕਿਹੜਾ ਰੂਲ ਬਣਨਾ ਚਾਹੀਦਾ, ਠੀਕ ਹੈ ਕਿ ਨਹੀਂ। ਉੱਥੇ ਵੀ ਹੁਣ ਤੁਸੀਂ ਦੇਖ ਲਓ ਵੀ ਪੰਜਾਬੀ ਨਹੀਂ, ਉਹਨੇ ਹੋਰ ਬੰਦਾ ਚੁਣਿਆ। ਸੋ ਸਾਨੂੰ ਇਹ ਸੋਚਣਾ ਚਾਹੀਦਾ ਆ ਵੀ ਜੇ ਆਪਾਂ ਕੋਈ ਆਰਗੇਨਾਈਜੇਸ਼ਨ ਬਣਾ ਰਹੀ ਆ, ਉਹ ਆਪਾਂ ਜਿਹੜਾ ਮੇਨ ਮਕਸਦ ਉਸ ਆਰਗੇਨਾਈਜੇਸ਼ਨ ਦਾ ਘੱਟੋ ਘੱਟ ਜਿਹੜੀਆਂ ਤੁਹਾਨੂੰ ਤਕਲੀਫਾਂ ਆਉਂਦੀਆਂ ਉਹ ਬਿਜ਼ਨੈਸਿਸ ਨੂੰ, ਉਹਨਾਂ ਦੇ ਲਈ ਫਾਈਟ ਕਰ ਰਹੀ ਆ ਕਿ ਨਹੀਂ, ਕਿ ਐਵੇਂ ਡਿਸਕਾਊਂਟ ਲੈਣ ਲਈ ਜਾਂ ਮੇਲੇ ਲੈਣ ਲਈ ਕਰ ਰਹੀਆਂ। ਸੋ ਇਹ ਆਪਾਂ ਸਾਨੂੰ ਲੈਸਨ ਲਰਨ ਕਰਨਾ ਚਾਹੀਦਾ। ਇਹ ਚਾਈਨੀਜ਼ ਜਿਹੜੀ ਉਹਨਾਂ ਨੇ ਬਿਜ਼ਨਸ, ਉਹਨਾਂ ਦਾ ਜਿਹੜਾ ਚੈਂਬਰ ਆਫ ਕਾਮਰਸ ਹੈਗਾ ਚਾਈਨੀਜ਼ ਚਾਈਨਾ ਟਾਊਨ ਬਿਜ਼ਨਸਿਸ ਦਾ ਸੈਨ ਫਰਾਂਸਿਸਕੋ 'ਚ, ਉਹਨਾਂ ਨੇ ਬਹੁਤ ਰੌਲਾ ਪਾਇਆ ਤੇ ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਇਹ ਇਸ਼ੂ ਚੱਕਿਆ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਚਾਹੀਦਾ ਹੈ ਜੀ ਚੱਕਣਾ, ਅਤੇ ਆਪਣਿਆਂ ਨੂੰ ਵੀ ਜਿਹੜਾ ਆ ਜ਼ਰੂਰ ਇਸ ਚੀਜ਼ ਦੇ ਵਿੱਚ ਆਪਾਂ ਜਿਹੜੇ ਆ ਨਾ ਆਪਣੀ ਚਲੋ ਭਾਵੁਕ ਵੀ ਹੈਗੇ ਆ, ਆਪਾਂ ਸੋਚਦੇ ਹਾਂ ਵੀ ਇਹ ਸਪੋਰਟ ਕਰਨਗੇ, ਉਸ ਮਾਮਲੇ ਦੇ ਵਿੱਚ ਇਹਨਾਂ ਦੀ ਫੰਡ ਰੇਜ਼ਿੰਗ ਵੀ ਕਰ ਦਿੰਦੇ ਆ, ਕਈ ਕੁਛ ਕਰ ਦਿੰਦੇ ਆ, ਅਤੇ ਪਰ ਜਦੋਂ ਮੌਕਾ ਆਉਂਦਾ ਆ ਅਤੇ ਉਹ ਫਿਰ ਆਪਣੇ ਨਾਲ ਜਿਹੜਾ ਪੂਰੀ ਤਰ੍ਹਾਂ ਸਾਥ ਨਹੀਂ ਦਿੰਦੇ। ਸੋ ਆਪਣੀ ਆਰਗੇਨਾਈਜੇਸ਼ਨਸ ਜਿਹੜੀਆਂ ਵੀ ਐਸੋਸੀਏਸ਼ਨਾਂ ਬਣਾਈਆਂ ਆ, ਉਹਦਾ ਜਿਹੜਾ ਡੰਡਾ ਆ ਥੋੜ੍ਹਾ ਤੇਜ਼ ਕਰੋ। ਉਹ ਇਹ ਜਿਹੜਾ ਚੀਜ਼ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ, ਉਹਨਾਂ ਨੂੰ ਆਪਣੀ ਜਿਹੜੀ ਸ਼ਕਤੀ ਆ ਉਸ ਦਾ ਅਹਿਸਾਸ ਜਿਹੜਾ ਉਹ ਤੁਹਾਨੂੰ ਵਾਰ-ਵਾਰ ਕਰਵਾਉਂਦੇ ਰਹਿਣਾ ਚਾਹੀਦਾ ਆ। ਇਵੈਂਚੁਅਲੀ ਇਹ ਜਿੰਨੇ ਵੀ ਪੋਲੀਟੀਸ਼ੀਅਨ ਆ ਜਾਂ ਜਿੰਨੇ ਵੀ ਇਹ ਲੋਕ ਆ, ਇਹ ਇਸੇ ਦੇ ਹੀ ਹਿਸਾਬ ਦੇ ਨਾਲ ਜਿਹੜਾ ਉਹ ਫਿਰ ਚੱਲਦੇ ਆ। ਸੋ ਜਿਹਦਾ ਪ੍ਰੈਸ਼ਰ, ਜਿਹਦਾ ਦਬਾਅ, ਜਿਹਦੀ ਲੌਬੀ ਸਟਰੋਂਗ ਆ, ਉਹਨਾਂ ਦੀ ਗੱਲ ਜਿਹੜੀ ਉਹ ਜਲਦੀ ਸੁਣਦੇ ਹੈਗੇ ਆ। ਸੋ ਦੋ ਹੀ ਚੀਜ਼ਾਂ ਮੈਟਰ ਕਰਦੀਆਂ ਰਾਜਕਨਵੀਰ ਸਿੰਘ ਜੀ, ਜਾਂ ਤੁਹਾਡੀਆਂ ਮਨੀ ਜਿਹੜਾ ਤੁਸੀਂ ਡੋਨੇਟ ਕਰਦੇ ਆ ਇਹਨਾਂ ਪੋਲੀਟੀਸ਼ੀਅਨ ਨੂੰ, ਤੇ ਜਾਂ ਤੁਹਾਡੀਆਂ ਵੋਟਾਂ। ਠੀਕ ਹੈ, ਜੇ ਹੁਣ ਕਿੰਨੇ ਸਟੋਰਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ 15-15 20 ਹਜ਼ਾਰ ਡਾਲਰ ਜਿਹੜਾ ਤੁਸੀਂ ਸੈਟਲਮੈਂਟ ਤੇ ਲਾਇਆ, ਉਹ ਇਕੱਠੇ ਹੋ ਕੇ ਜੇ ਤੁਸੀਂ ਇਸੇ ਇਸ਼ੂ ਤੇ ਰਹੋ ਤੇ ਜ਼ਰੂਰ ਇਹਦਾ ਕੋਈ ਅਸਰ ਹੋ ਸਕਦਾ ਹੈਗਾ। ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਮਾੜੀ ਖਬਰ ਜਿਹੜੀ ਉਹ ਆ ਰਹੀ ਹੈਗੀ ਆ। ਇੱਕ ਹੈਲੀਕਾਪਟਰ ਦੁਰਘਟਨਾ ਦੇ ਵਿੱਚ ਕਲੂਸਾ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਵੀ 4 ਜਾਣਿਆਂ ਦੀ ਜਿਹੜੀ ਹੈ ਇਹ ਮੌਤ ਹੋਈ ਆ। ਅਤੇ ਇਹ ਹੈਲੀਕਾਪਟਰ ਕਹਿੰਦੇ ਆ ਵੀ ਹਾਈਵੇ 45 ਇੱਕ ਰਿਜ਼ਰਵੇਸ਼ਨ ਰੋਡ ਆ, ਉਸ ਦੇ ਲਾਗੇ ਸੈਕਰਾਮੈਂਟੋ ਰਿਵਰ ਦੇ ਵਿੱਚ ਜਿਹੜਾ ਇਹ ਹਾਦਸਾਗ੍ਰਸਤ ਹੋਇਆ ਹੈ। FAA ਅਤੇ NTSB ਜਿਹੜੇ ਆ ਉਹ ਇਸ ਹਾਦਸੇ ਦੀ ਜਾਂਚ ਜਿਹੜੀ ਉਹ ਕਰ ਰਹੇ ਹੈਗੇ ਆ। ਡੈਪਟੀਜ਼ ਨੇ ਜਿਹੜਾ ਉਹ ਦੱਸਿਆ ਹੈਗਾ ਵੀ ਉਹ ਹੈਲੀਕਾਪਟਰ ਦੇ ਵਿੱਚ ਹੀ ਸੀਗੇ ਜਦ ਉੱਥੇ ਦੁਰਘਟਨਾ ਜਿਹੜੀ ਹੋਈ, ਹੈਲੀਕਾਪਟਰ ਦੇ ਲਾਗੇ ਇਹ ਲੋਕ ਪਹੁੰਚੇ ਸੀਗੇ ਉਹਨਾਂ ਨੂੰ ਕੱਢਣ ਦੇ ਲਈ, ਅਤੇ ਅੰਦਰੇ ਹੀ ਜਿਹੜੇ ਉੱਥੇ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਚਾਰਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ। ਬਹੁਤ ਹੀ ਮਾੜੀ ਘਟਨਾ ਜਿਹੜੀ ਇਹ ਵਾਪਰੀ ਆ ਜੀ। ਅਗਲੀ ਖਬਰ ਪੋਰਟਲੈਂਡ ਓਰੇਗਨ ਤੋਂ ਆ ਰਹੀ ਹੈ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਾਲ ਜਿਹੜਾ ਆ ਪੋਰਟਲੈਂਡ ਓਰੇਗਨ ਦੇ ਵਿੱਚ ਬਹੁਤ ਲੰਮੇ ਜਿਹੜੇ ਪ੍ਰੋਟੈਸਟ ਚੱਲੇ, ਉੱਥੇ ਲੁੱਟਮਾਰ ਵੀ ਕਾਫੀ ਹੋਈ, ਪੁਲਿਸ ਵਾਲਿਆਂ ਦੇ ਨਾਲ ਕਾਫੀ ਝੜਪਾਂ ਹੋਈਆਂ। ਅਲਟੀਮੇਟਲੀ ਕੀ ਆ ਵੀ ਉਹਨਾਂ ਦੀ ਇੱਕ ਪੂਰੀ ਜਿਹੜੀ ਯੂਨਿਟ ਸੀ ਉਹ ਰਿਜ਼ਾਈਨ ਕਰ ਗਿਆ, ਕਹਿੰਦੇ ਅਸੀਂ ਨਹੀਂ ਇੱਥੇ ਹਿੱਸਾ ਲੈਣਾ। ਅਤੇ ਹੁਣ ਕਹਿੰਦੇ ਆ ਵੀ ਉੱਥੇ ਜਿਹੜਾ ਕ੍ਰਾਈਮ ਰੇਟ ਆ ਬਿਲਕੁਲ 0 ਤੋਂ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ, ਹੋਮੋਸਾਈਡ ਰੇਟ ਐਕਚੁਅਲੀ ਪੋਰਟਲੈਂਡ ਦੇ ਵਿੱਚ। ਅਤੇ ਜਿਹੜੀ ਗਨ ਵਾਇਲੈਂਸ ਰਿਡਕਸ਼ਨ ਟੀਮ ਹੈਗੀ ਆ, ਉਹਨਾਂ ਨੇ ਜਿਹੜਾ ਕਾਫੀ ਫਾਈਟ ਕੀਤੀ ਸੀ, ਸਿਟੀ ਕੌਂਸਲ ਵੀ ਵਿੱਚ ਇਨਵੋਲਵ ਸੀ। ਹੁਣ ਉਹ ਟਰਾਈ ਕਰ ਰਹੇ ਆ ਵੀ ਅਸੀਂ ਮੁੜ ਕੇ ਜਿਹੜਾ ਆ ਵੈਕੈਂਸੀਜ਼ ਜਿਹੜੀਆਂ ਆ ਉਹਨਾਂ ਨੂੰ ਭਰਿਆ ਜਾਵੇ ਉਹ ਪੁਲਿਸ ਵਾਲਿਆਂ ਦੀਆਂ। ਅਤੇ 14 ਉਹਨਾਂ ਦੀਆਂ ਵੈਕੈਂਸੀਜ਼ ਖਾਲੀ ਆ ਕਾਫੀ ਮਹੀਨਿਆਂ ਤੋਂ, ਹਜੇ ਸਿਰਫ 4 ਪੁਲਿਸ ਵਾਲੇ ਜਿਹੜੇ ਆ ਉੱਥੇ ਅਪਲਾਈ ਕੀਤਾ ਨੇ। ਕਹਿੰਦੇ ਕਿਸੇ ਟਾਈਮ 'ਤੇ ਬਹੁਤ ਹੀ ਵਧੀਆ ਜੋਬ ਇਹ ਗਿਣੀ ਜਾਂਦੀ ਸੀ ਪੁਲਿਸ ਆਫਿਸਰ ਦੀ, ਹਾਈ ਪੇਇੰਗ ਜੋਬ। ਅਤੇ ਹੁਣ ਜਿਹੜੇ ਸਾਰੇ ਜਿਹੜੇ ਲੋਕ ਆ ਉਸ ਫੀਲਡ 'ਚ ਜਾਣਾ ਚਾਹੁੰਦੇ ਆ ਉਹ ਡਰਦੇ ਆ। 53 ਹੋਮੋਸਾਈਡ ਪੋਰਟਲੈਂਡ 'ਚ ਇਸ ਸਾਲ ਹੋ ਚੁੱਕੇ ਹੈਗੇ ਆ। ਸੋ ਇਹ ਬਹੁਤ ਹਾਈ ਨੰਬਰਸ ਹੈਗੇ ਆ ਜੀ। ਅਗਲੀ ਗੱਲ ਕਰਦੇ ਜਾਈਏ, US, UK ਅਤੇ ਇਜ਼ਰਾਈਲ ਨੇ ਇਹ ਦਾਅਵਾ ਕੀਤਾ ਆ ਵੀ ਇੱਕ ਇਜ਼ਰਾਈਲ ਦੇ ਦੁਆਰਾ ਮੈਨੇਜ ਕੀਤਾ ਜਾ ਰਿਹਾ ਟੈਂਕਰ ਜਿਹੜਾ ਸੀਗਾ ਉਸ ਦੇ ਉੱਤੇ ਈਰਾਨ ਦੇ ਦੁਆਰਾ ਹਮਲਾ ਕੀਤਾ ਗਿਆ ਆ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ, ਉਹਨਾਂ ਨੇ ਅੱਜ ਸਟੇਟਮੈਂਟ ਦੇ ਵਿੱਚ ਇਹ ਕਿਹਾ ਵੀ ਕਹਿੰਦੇ ਵੀ ਸਾਨੂੰ ਵਿਸ਼ਵਾਸ ਇਸ ਚੀਜ਼ ਦੇ ਵਿੱਚ ਹੈਗਾ ਆ ਵੀ ਇਹ ਜਿਹੜਾ ਹਮਲਾ ਹੋਇਆ ਆ ਉਹ ਈਰਾਨ ਦੇ ਦੁਆਰਾ ਹੀ ਕੀਤਾ ਗਿਆ ਆ। ਉੱਧਰ ਈਰਾਨ ਨੇ ਇਸ ਇਨਸੀਡੈਂਟ ਦੇ ਵਿੱਚ ਆਪਣੇ ਕਿਸੇ ਵੀ ਤਰੀਕੇ ਦੀ ਇਨਵੋਲਵਮੈਂਟ ਆ ਗੱਲ ਨੂੰ ਉਹਨਾਂ ਨੂੰ ਨਕਾਰਿਆ ਵੀ ਸਾਡੇ ਵੱਲੋਂ ਇਹ ਕੁਛ ਨਹੀਂ ਜਿਹੜਾ ਹੋਇਆ। ਸੋ ਇਹ ਟੈਂਕਰ ਦੇ ਵਿੱਚ ਕਹਿੰਦੇ ਆ ਵੀ ਕੋਸਟ ਆਫ ਓਮਾਨ ਦੇ ਨਜ਼ਦੀਕ ਇਹ ਘਟਨਾ ਵਾਪਰੀ, ਜਿਸ ਦੇ ਵਿੱਚ ਇੱਕ ਬ੍ਰਿਟੇਨ ਦਾ ਬੰਦਾ ਅਤੇ ਇੱਕ ਰੋਮੇਨੀਆ ਦਾ
ਜਿਹੜਾ ਆ ਉਹ ਮਾਰਿਆ ਗਿਆ ਹੈਗਾ ਆ। ਸੋ ਈਰਾਨ ਦੇ ਉੱਤੇ ਅਕਸਰ ਇੱਦਾਂ ਦੇ ਦੋਸ਼ ਜਿਹੜੇ ਉਹ ਲੰਘਦੇ ਹੀ ਰਹਿੰਦੇ ਆ। ਜਿਹੜੀ ਉਹਨਾਂ ਦੀ ਖਾੜੀ ਦੇ ਵਿੱਚੋਂ ਲੰਘਦੇ ਜਿਹੜੇ ਜਹਾਜ਼ ਆ, ਸਮੁੰਦਰੀ ਜਹਾਜ਼ ਆ ਜਿਹੜੇ ਆ, ਉਹਨਾਂ ਨੂੰ ਉਹਨਾਂ ਉੱਤੇ ਹਮਲਾ ਜਿਹੜਾ ਉਹ ਹੋਣ ਦੀਆਂ ਰਹਿੰਦੀਆਂ ਨੇ ਕਾਰਵਾਈਆਂ, ਜਿਹੜੀਆਂ ਕਹਿੰਦੇ ਵੀ ਇਹਨਾਂ ਦੁਆਰਾ ਕੀਤੀਆਂ ਹੀ ਜਾਂਦੀਆਂ ਰਹਿੰਦੀਆਂ ਨੇ। ਹੁਣ US ਦੀ ਜਿਹੜੀ ਨੇਵੀ ਦੇ ਸ਼ਿਪ ਆ, ਕਹਿੰਦੇ ਵੀ ਉਹ ਇਸ ਟੈਂਕਰ ਨੂੰ ਐਸਕੌਰਟ ਕਰਕੇ ਜਿਹੜਾ ਆ ਉਹ ਅੱਗੇ ਲੈ ਕੇ ਜਾਣਗੇ। ਜੀ, ਸੋ ਸਾਡਾ ਜਿਹੜਾ ਖਬਰਾਂ ਦਾ ਸਮਾਂ ਆ ਉਹ ਵੀ ਸਮਾਪਤ ਆ ਜੀ। ਬਿਲਕੁਲ ਜੀ। ਅਤੇ ਜਾਣ ਤੋਂ ਪਹਿਲਾਂ ਦੱਸ ਦਈਏ ਵੀ ਇਸ ਤੋਂ ਅਗਲਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਆਤਮਿਕ ਆਨੰਦ 11 ਤੋਂ 12 ਵਜੇ ਦੇ ਦਰਮਿਆਨ, ਅਤੇ 10 ਤੋਂ 11 ਵਜੇ ਦੇ ਦਰਮਿਆਨ, ਅਤੇ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਹਾਸੇ ਚਾਰੇ ਪਾਸੇ। ਫਿਰ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ। 4 ਤੋਂ 5:30 ਵਜੇ ਤੱਕ ਪ੍ਰੋਗਰਾਮ ਦੇਸੋਂ ਪ੍ਰਦੇਸ਼। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ ਫਿਰ ਉਸ ਤੋਂ ਉਪਰੰਤ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਪ੍ਰੋਗਰਾਮ, ਅਤੇ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ ਬਲਤੇਜ ਪੰਨੂ ਹੋਣਾ ਦੇ ਨਾਲ। ਅਤੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਉਹ ਕਾਲਸ ਵੀ ਜਿਹੜੀਆਂ ਉਹ ਲੈਂਦੇ ਨੇ, ਸੋ ਉਦੋਂ ਤੁਸੀਂ ਆਪਣੇ ਸਵਾਲ ਵੀ ਜਿਹੜੇ ਉਹ ਪੁੱਛ ਸਕੋਗੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਾਹਿਬ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।